वाहिगुरु जी गुरु गरीब नवाज श्री गुरु ग्रंथ साहिब जीओ महाराज। तेरे कवन कवन गुण कह के गावा, तू साहिब गुणी निधाना। तुमरी महिमा वर्ण न सको, तू ठाकुर ऊच भगवाना। सूरा सो पहचानिए जो लरे दीन के हेत, पुरजा पुरजा कट मरे कबहू ना छाड़े खे। जपियो जिन्ने हर जन देव गुरु, जपियो जिन हर जन देव गुरु। जिन हर जन जपियो जिन हर जन देव, जपियो जिन हर जन देव गुरु, जपियो जिन। फिर संकट जोन गर्भ नह आयो, संकट जोन गर्भ नह आयो। जपियो जिन हर जन देव गुरु, जपियो जिन हर जन देव गुरु, जिन हर जन देव गुरु। जपियो जिन हर जन देव गुरु, जपियो जिन हर जन देव गुरु, जपियो जिन हर जन देव गुरु, हर जन देव गुरु। जब लाओ नहीं पाग लीलारी उदय, तब लाओ ब्रह्म ते फिरते बहुत आयो। कल कोर समुंदर में बूढ़त थे, कल कोर समुंदर में बूढ़त थे। कबहू मिट नहीं रे पछताए, कबहू मिट नहीं रे पछतायो। जपियो जिन हर जन देव, जपियो जिन हर जन देव गुरु, जपियो जिन हर जन देव गुरु, जिन हर जन देव गुरु।
ਤਤ ਵਿਚਾਰ यह मथुरा तत विचार जह मथुरा जगतारन को अवतार बनायो जगतारन को अवतार बनायो जपियो जिन अर्जन देव गुरु 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 फिर संकट जोन गर्भ ने आयो संकट जोन गर्भ ने आयो जपियो जिन अर्जन देव गुरु 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 जपियो जिन जिन अर्जन देव गुरु ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਬੋਲਿਆ ਡੁੱਲਦਾ ਖੂਨ ਸ਼ਹੀਦਾਂ ਦਾ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਆਰਿਆਂ ਨਾਲ ਆਰਿਆਂ ਦੇ ਨਾਲ ਆਰਿਆਂ ਨਾਲ ਸਰੀਰ ਚੀਰੇ ਜਾਂਦੇ ਆਰਿਆਂ ਨਾਲ ਸਰੀਰ ਚੀਰੇ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਨਾਲ ਖੋਪਰ ਲੈ ਜਾਂਦੇ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈ ਜਾਂਦੇ ਤਕਦੀਰ ਬਦਲਦੀ ਕੌਮਾਂ ਦੀ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਡੁੱਲਦਾ ਖੂਨ ਸ਼ਹੀਦਾਂ ਦਾ
ਡੁੱਲਦਾ ਖੂਨ ਸ਼ਹੀਦਾਂ ਦਾ, 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 ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ, ਕਹਿਤ ਪੁਰਜਾ ਪੁਰਜਾ ਕਟ ਨਰੈ ਕਬਹੂ ਨਾ ਛਾਟੈ ਖੇਤ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਹੀ ਦੁਨੀਆ ਦੇ ਸਾਂਝੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ, ਪਿਆਰ ਔਰ ਸਤਿਕਾਰ ਦੇ ਨਾਲ ਗੁਰਫਤਿਹ ਦੀ ਸਾਂਝ ਪਾਈਏ। ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰਫਤਿਹ ਸਾਰਿਆਂ ਦੀ ਰਸਨਾ ਦੇ ਉੱਤੇ ਹੋਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੜੀ ਹੀ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਕਿ ਮੁਬਾਰਕ ਕਰਨਾਂ ਵਿੱਚ ਜੁੜ ਬੈਠ ਕੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਜੂਨ 1984 ਦੇ ਵਿੱਚ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਵਾਸਤੇ ਜਿਨ੍ਹਾਂ ਸਿੰਘਾਂ ਨੇ, ਜਿਨ੍ਹਾਂ ਸਿੰਘਣੀਆਂ ਨੇ ਆਪਣੀਆਂ ਸ਼ਹਾਦਤਾਂ ਪਾ ਕੇ ਇੱਕ ਕੌਮ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ, ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਇਸ ਸਮਾਗਮ ਦੇ ਵਿੱਚ ਜੁੜ ਬੈਠਣ ਦਾ ਸਮਾਂ ਮਿਲਿਆ ਹੈ। ਮਹਾਂਪੁਰਖ ਸ਼੍ਰੀਮਾਨ ਅਜੈਬ ਸਿੰਘ ਬਾਬਾ ਫੱਕਰ ਜੀ, ਜੋ ਕਿ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ ਉਪਰਾਲਾ ਕਰਦੇ ਨੇ, ਇਸ ਪਵਿੱਤਰ ਜਗ੍ਹਾ ਦੇ ਉੱਤੇ, ਇਸ ਪਵਿੱਤਰ ਧਰਤੀ ਦੇ ਉੱਤੇ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਪ੍ਰਵਾਹ ਚੱਲਦੇ ਨੇ ਔਰ ਗੁਰਬਾਣੀ ਦੀ ਕਥਾ ਕੀਰਤਨ ਵਿਚਾਰ ਜੋ ਸਾਡੇ ਭਲੇ ਵਾਸਤੇ ਹੈ, ਜੋ ਸਾਨੂੰ ਸੇਧ ਦੇਣ ਵਾਸਤੇ ਹੈ। ਬਹੁਤ ਸੋਹਣਾ ਉਪਰਾਲਾ ਮਹਾਂਪੁਰਖਾਂ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ। ਆਪ ਸੰਗਤਾਂ ਬੜੇ ਪਿਆਰ ਵਿੱਚ ਮਹਾਂਪੁਰਖਾਂ ਦੇ, ਗੁਰੂ ਸਾਹਿਬ ਜੀ ਦੇ ਪਿਆਰ ਦੇ ਵਿੱਚ ਆਪਣੇ ਘਰੋਂ ਘਰੀ ਚੱਲ ਕੇ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੁੰਦੇ ਹੋ। ਆਪ ਜੀ ਦੇ ਵੀ ਭਾਗ ਵੱਡੇ ਨੇ, ਕਿਉਂਕਿ ਸਾਧ ਸੰਗਤ ਜੀ ਭਾਗ ਵੱਡਿਆਂ ਤੋਂ ਬਗੈਰ ਗੁਰੂ ਦੇ ਦਰਬਾਰ ਵਿੱਚ ਚੱਲ ਕੇ ਜਾਇਆ ਨਹੀਂ ਜਾਂਦਾ। ਮੈਂ ਰਾਤ ਵੀ ਬੇਨਤੀ ਕੀਤੀ ਸੀ, ਭਾਗ ਚੰਗੇ ਹੋਣ, ਸਿੱਖ ਚੱਲ ਕੇ ਗੁਰੂ ਦੇ ਦਰਬਾਰ ਦੇ ਵਿੱਚ ਜਾਂਦਾ ਹੈ। ਭਾਗ ਚੰਗੇ ਹੋਣ, ਗੁਰੂ ਕਾ ਸਿੱਖ ਗੁਰੂ ਦੇ ਦਰਬਾਰ ਵਿੱਚ ਗੁਰੂ ਦੀ ਹਜ਼ੂਰੀ 'ਚ ਬਹਿੰਦਾ ਹੈ। ਬਿਨ ਭਾਗ ਤੋਂ ਸਾਧ ਸੰਗਤ ਜੀ ਗੁਰੂ ਦੀ ਹਜ਼ੂਰੀ 'ਚ ਵੀ ਨਹੀਂ ਬੈਠਿਆ ਜਾਂਦਾ। ਬਹੁਤ ਐਸੇ ਹੋਣਗੇ ਜਿਹੜੇ ਬਾਹਰ ਹੀ ਸੜਕਾਂ ਦੇ ਉੱਤੇ ਘੁੰਮ ਕੇ ਚਲੇ ਜਾਣਗੇ, ਤੇ ਉਹ ਸਾਧ ਸੰਗਤ ਜੀ ਕੋਈ ਗੁਣਾਂ ਦੀ ਪੰਡ ਨਹੀਂ ਬੰਨ੍ਹ ਕੇ ਲੈ ਕੇ ਜਾਣਗੇ,
ਗੁਣਾਂ ਦੀ ਪੰਡ ਉਹਦੇ ਪੱਲੇ ਵਿੱਚ ਪਵੇਗੀ। ਗੁਣਾਂ ਦੀ ਪੰਡ ਉਹ ਪੱਲੇ ਨਾਲ ਬੰਨ੍ਹ ਕੇ ਲੈ ਕੇ ਜਾਣਗੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਗੁਰੂ ਦੀ ਸੁਣਨਗੇ ਕਿ ਗੁਰੂ ਸਾਨੂੰ ਕੀ ਬਖਸ਼ਦਾ ਹੈ, ਕੀ ਗੁਣ ਦਿੰਦਾ ਹੈ, ਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ। ਇੱਕ ਓੰਕਾਰ ਤੋਂ ਲੈ ਕਰਕੇ 18-10 ਤੱਕ ਦੀ ਬਾਣੀ ਪੜ੍ਹੀ ਗਈ ਹੈ। ਇੱਕ ਨਹੀਂ ਦੋ ਅਖੰਡ ਪਾਠ ਸਾਹਿਬ ਹੋਏ ਨੇ। ਸਾਰੀ ਦੀ ਸਾਰੀ 1430 ਅੰਗਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਇਹ ਸਾਧ ਸੰਗਤ ਜੀ ਮਨੁੱਖ ਨੂੰ ਸੇਧ ਦੇਣ ਵਾਸਤੇ ਗੁਰੂ ਸਾਹਿਬ ਨੇ ਉਚਾਰਨ ਕੀਤੀ। ਇਸ ਬਾਣੀ ਨੂੰ ਸਾਧ ਸੰਗਤ ਜੀ ਉਚਾਰਨ ਵਾਸਤੇ, ਇਸ ਬਾਣੀ ਨੂੰ ਇਕੱਤਰ ਕਰਨ ਵਾਸਤੇ ਮੁਸ਼ੱਕਤਾਂ ਲੱਗੀਆਂ। ਇਸ ਬਾਣੀ ਨੂੰ ਇਕੱਤਰ ਕਰਨ ਵਾਸਤੇ ਮਿਹਨਤ ਲੱਗੀ ਹੈ। ਐਵੇਂ ਨਹੀਂ ਵੀ ਐਵੇਂ ਮਿਲ ਗਈ। ਸਿੱਖਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਪਹੁੰਚੀ ਹੈ ਨਾ, ਇਹਦੇ ਪਿੱਛੇ ਸਾਧ ਸੰਗਤ ਜੀ ਸਿਰ ਲੱਗੇ ਨੇ। ਇਹਦੇ ਪਿੱਛੇ ਗੁਰੂ ਸਾਹਿਬ ਜੀ ਦੀਆਂ ਸ਼ਹਾਦਤਾਂ ਹੋਈਆਂ ਨੇ, ਤਾਂ ਜਾ ਕੇ ਇਹ ਬਾਣੀ ਸਾਡੀ ਸਾਧ ਸੰਗਤ ਜੀ ਸਾਡੇ ਕੋਲ ਪਹੁੰਚੀ ਹੈ। ਤਾਂ ਕਰਕੇ ਇਸ ਬਾਣੀ ਦੇ ਲੜ ਅਸੀਂ ਲੱਗ ਚੁੱਕੇ। ਤੇ ਜਿਹੜਾ ਵੀ ਇਸ ਬਾਣੀ ਨੂੰ ਧਾਰਨ ਕਰਕੇ ਇਸ ਬਾਣੀ ਤੇ ਅਮਲ ਕਰਦਾ ਹੈ ਤੇ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰੂ ਜੀ ਨੇ ਕਹਿ ਦਿੱਤਾ, ਗੁਰਬਾਣੀ ਕਹੈ ਸੇਵਕ ਜਨ ਮਰਨੈ। ਜੋ ਗੁਰਬਾਣੀ ਕਹਿੰਦੀ, ਜੇਕਰ ਕੋਈ ਸੇਵਕ ਬਣ ਕੇ ਉਸ ਗੁਰਬਾਣੀ ਦੇ ਉੱਤੇ ਖਰਾ ਉਤਰਦਾ ਹੈ, ਤੇ ਖਰਾ ਉਦੋਂ ਹੀ ਉਤਰਾਂਗੇ ਜਦੋਂ ਬਾਣੀ ਸੁਣਾਂਗੇ। ਖਰੇ ਉਦੋਂ ਉਤਰਾਂਗੇ ਜਦੋਂ ਸੁਣ ਕੇ ਸਾਧ ਸੰਗਤ ਜੀ ਜੀਵਨ ਚ ਲਿਆਵਾਂਗੇ। ਪੜਨ ਵਾਲਿਆਂ ਦੀ ਘਾਟ ਥੋੜਾ ਹੈ। ਗ੍ਰੰਥੀ ਸਿੰਘ ਇਕੱਠੇ ਕਰ ਲਿਓ ਆਪਣੇ ਇਲਾਕੇ 'ਚ, ਪਤਾ ਨਹੀਂ ਕਿੰਨੇ ਕਿੰਨੇ। ਪੜਨ ਵਾਲੇ, ਸੁਣਾਉਣ ਵਾਲੇ, ਸੁਣਨ ਵਾਲੇ ਵੀ ਬਹੁਤ ਨੇ ਸਾਡੇ ਵਰਗੇ, ਸੁਣਨ ਵਾਲੇ ਵੀ ਬਹੁਤ ਨੇ। ਪਰ ਸਾਧ ਸੰਗਤ ਜੀ ਜੇ ਮੰਨਣ ਵਾਲਿਆਂ ਦੀ ਆਪਾਂ ਕਾਊਂਟਿੰਗ ਕਰਾਂਗੇ, ਮੰਨਣ ਵਾਲਿਆਂ ਦੀ ਜੇਕਰ ਆਪਾਂ ਗਿਣਤੀ ਕਰਾਂਗੇ, ਤੇ ਮੰਨਣ ਵਾਲਾ ਤਾਂ ਕੋਈ ਸਾਧ ਸੰਗਤ ਜੀ ਕੱਦਾ ਹੀ, ਜਿਹੜਾ ਗੁਰਬਾਣੀ ਉੱਤੇ ਖਰਾ ਉਤਰੇਗਾ। ਗੁਰਬਾਣੀ ਪੈਰ ਪੈਰ ਤੇ ਸਮਝਾਉਂਦੀ ਹੈ, ਜੀਵਨ ਦਾ ਰਾਹ ਦਿੰਦੀ ਹੈ। ਇਹ ਬਾਣੀ ਸਾਡੇ ਤੱਕ ਬੜੀਆਂ ਮੁਸ਼ੱਕਤਾਂ ਨਾਲ, ਇਹ ਬਾਣੀ ਸਾਡੇ ਤੱਕ ਸਾਧ ਸੰਗਤ ਜੀ ਬੜੀਆਂ ਮਿਹਨਤਾਂ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਸਰੀਰ ਲਾ ਦਿੱਤੇ, ਆਪਣੇ ਜੀਵਨ ਲਾ ਦਿੱਤੇ, ਸ਼ਹਾਦਤਾਂ ਦਿੱਤੀਆਂ, ਤਾਂ ਜਾ ਕੇ ਇਹ ਬਾਣੀ ਦੇ ਲੜ ਸਾਧ ਸੰਗਤ ਜੀ ਅਸੀਂ ਲੱਗੇ ਹਾਂ। ਤੇ ਇਸ ਬਾਣੀ ਨੂੰ ਜੀਵਨ ਵਿੱਚ ਸੁਣਨਾ, ਬਾਣੀ ਉੱਤੇ ਅਮਲ ਕਰਨਾ, ਬਾਣੀ ਦੀ ਵਿਚਾਰ ਨਾਲ ਜੁੜਨਾ ਹੀ ਸਿੱਖ ਦਾ ਸਾਧ ਸੰਗਤ ਜੀ ਫਰਜ਼ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਜਿੰਨਾ ਵੀ ਸੰਸਾਰ ਹੈ ਗੁਰੂ ਦੇ ਦਰਸ਼ਨ ਕਰਦਾ ਪਿਆ। ਗੁਰੂ ਸਾਹਿਬ ਕਹਿੰਦੇ ਆਪਾਂ ਵੀ ਕਰ ਰਹੇ ਹਾਂ, ਪਰ ਗੁਰੂ ਜੀ ਨੇ ਮੋਹਰ ਲਾਈ, ਡਿੱਠੇ ਮੁਕਤ ਨਾ ਹੋਵੇ। ਕਹਿੰਦੇ ਭਾਈ ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਮਿਲਣੀ, ਗੁਰੂ ਨੂੰ ਵੇਖ ਕੇ ਤੇਰਾ ਪਾਰ ਉਤਾਰਾ ਨਹੀਂ ਹੋਣਾ। ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰਹਿ ਵਿਚਾਰ। ਜੇਕਰ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਨਹੀਂ ਨਾ ਜੁੜਦਾ ਗੁਰਸਿੱਖਾ, ਲੈ ਤੂੰ ਜਿੰਨੇ ਮਰਜ਼ੀ ਗੁਰੂ ਦੇ ਦਰਸ਼ਨ ਕਰੀ ਜਾ, ਤੇਰੇ ਪੱਲੇ ਵਿੱਚ ਕੁਝ ਨਹੀਂ ਪੈਣਾ। ਗੁਰੂ ਤੋਂ ਸਾਧ ਸੰਗਤ ਜੀ ਵੱਡਾ ਗੁਰੂ ਦਾ ਉਪਦੇਸ਼ ਹੈ ਜਿਹੜਾ ਅਸੀਂ ਆਪਣੇ ਜੀਵਨ ਵਿੱਚ ਲਿਆਣਾ ਹੈ। ਤੇ ਅੱਜ ਇੱਥੇ ਸਥਾਨ ਤੇ ਆਏ ਹਾਂ, ਝਾਤੀ ਮਾਰ ਕੇ ਕੱਲਾ ਕੱਲਾ ਵੇਖ ਲਓ, ਮੈਂ ਵੀ ਵਿੱਚ ਹੀ ਹਾਂ, ਕਿ ਆਪਾਂ ਗੁਰੂ ਦੇ ਬਚਨਾਂ ਤੇ ਕਿੰਨਾ ਕੁ ਚੱਲ ਰਹੀ ਹੈ। ਸਾਨੂੰ ਤਾਂ ਜੇ ਕੋਈ ਕਹਿ ਦੇ ਵੀ ਬਹਿ ਜਾਓ ਗੁਰੂ ਦੇ ਚਰਨਾਂ 'ਚ 10 ਮਿੰਟ, ਔਖੇ ਹੋ ਜਾਂਦੇ ਨੇ। ਗੁਰੂ ਦੇ ਚਰਨਾਂ ਵਿੱਚ 10 ਮਿੰਟ ਬਹਿਣਾ ਵੀ ਔਖਾ ਹੈ। ਤੇ ਸਾਧ ਸੰਗਤ ਜੀ ਗੁਰੂ ਦੀ ਮੰਨਣੀ, ਗੁਰੂ ਦੇ ਬਚਨਾਂ ਤੇ ਚੱਲਣਾ, ਇਹ ਤਾਂ ਸਾਧ ਸੰਗਤ ਜੀ ਕੋਈ ਹੈ ਜਿਹੜਾ ਗੁਰੂ ਦੇ ਬਚਨਾਂ ਤੇ ਚੱਲਦਾ। ਸੇਵਾ ਦੇਸ਼ ਦੀ ਜ਼ਿੰਦੜੀ ਇਹ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ। ਜਿਨ੍ਹਾਂ ਦੇਸ਼ ਕੌਮ ਦੇ ਵਿੱਚ ਪੈਰ ਪਾਇਆ, ਉਹਨਾਂ ਲੱਖਾਂ ਮੁਸੀਬਤਾਂ ਚੱਲੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੱਲੀ ਕਿਨੇ ਨਾ ਪਾਇਆ, ਗੱਲਾਂ ਦੇ ਨਾਲ ਕਿਸੇ ਨੇ ਪ੍ਰਾਪਤੀ ਨਹੀਂ ਕੀਤੀ। ਉਹਨੂੰ ਕੁਝ ਕਰਨਾ ਪਿਆ, ਉਹਨੂੰ ਮਿਹਨਤ ਕਰਨੀ ਪਈ, ਮੁਸ਼ੱਕਤ ਕਰਨੀ ਪਈ। ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਬੈਠੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੇਕਰ ਜੀਵਨ ਪੜ੍ਹਦੇ ਆ, ਜਿੰਨਾ ਤਿਆਗ, ਜਿੰਨਾ ਵਿਰਾਗ, ਜਿੰਨੀ ਸ਼ਾਂਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਹੈ ਨਾ,
उन्नी शांति, उन्ना खेड़ा साध संगत जी, उन्ना त्याग और विराग किसे विच झलकदा नहीं। इन्ने ठंडे रहना, इन्नी शांति विच रहना, एकर जेकर गुरु अर्जन दे महाराज सच्चे पातशाह जी दे विच हिस्से दे विच ये गल आई है। आपां सारिਆਂ ने रल मिल के एक शब्द पढ़िया, मथुरा भट्ट जी का यह पवित्र शब्द सी। थोड़ी ध्यान दे नाल सुनने वाली विचार गुरबाणी तो सेध लईए। अज गुरु अर्जन दे महाराज नूं आपां किवें वेख रहे हैं, असी गुरु अर्जन दे महाराज नूं की समझ रहे हैं। असी अज तक सुनते आ रहे हैं भी धन श्री गुरु अर्जन देव महाराज जी ने लाहौर की धरती के उत्ते तत्तियां तबियां ते बह के अकाल पुरख जी का भाना मंदिया अपने मुख तो उचारिया है कि तेरा किया मीठा लागे हर नाम पदार्थ नानक मांगे। बड़े रागियां तो, बड़े ढाडियां तो, कथावाचकों तो, बड़े कीर्तनियां तो आपां अज तक सुनते आ रहे भी धन गुरु अर्जन देव महाराज जी ने तत्तियां तबियां ते बह के अपने सीस उत्ते तत्ता रेता पवा के ते उबले देगां दे विच उबाले खा के अकाल पुरख जी के भाणे नूं मनदियां शहीदी प्राप्त की। सारियां ने सुने पर साध संगत जी अज गुरु अर्जन देव महाराज नूं आपां की समझ रहे हैं। मथुरा भट्ट जी नूं किसी ने पुछया 15 भगत साध संगत जी 15 भगतां दी बाणी और 11 भट्टां दी बाणी श्री गुरु ग्रंथ साहिब जी दे विच दर्ज है। जिन्हां 11 भट्टां दे विचों एक भट्ट दा नाम मथुरा भट्ट जी है। मथुरा भट्ट जी नूं किसी ने बेनती की, पुछया कि भट्ट साहिबान जी, मथुरा जी तुसीं गुरु अर्जन देव महाराज जी नूं की समझदे हो? ते भट्ट मथुरा जी श्री गुरु अर्जन देव महाराज जी की उस्तत दे विच बोल बोले श्री गुरु ग्रंथ साहिब जी विच दर्ज ने। भट्ट मथुरा जी कहन लगे सुनो गुरु अर्जन देव जी कौन ने? ते कहन लगे जब लौ नहीं भाग लिलार उदय। कहंदे जदों मेरे भाग जागे नहीं सी ना, हले मेरे भाग सुते पे सी जदों। कहंदे तौलो भ्रम ते फिरते बहुत आयो। कहंदे जदों मेरे भाग जागे नहीं सी उदों मैं कहंदे भटकदा फिरदा सा, कदे किते चला गया कदे किते चला गया। साडी भी हालत इसे तरह दी है। जदों तक संपूर्ण रूप दे विच मन करके श्री गुरु ग्रंथ साहिब जी महाराज जी की बाणी नाल गुरु का सिख नहीं जुड़दा, उदों तक साध संगत जी असीं धक्के खांदे फिरदे रहांगे। उदों तक साध संगत जी असीं जगह जगह ते ठेडे खांदे रहांगे, क्योंकि पूरे गुरु का लड़ जिहड़ा असीं नहीं पकड़िया। आपां कहांगे असीं तां पकड़िया जी, असीं तां मत्थे टेकदे जाके गुरु नूं। सतगुरु कहंदे मन करके गुरु दा बण, तन मन धन सब सौंप गुरु को, हुक्म मन्ने पाइए बड़ी अवस्था विच जाके वेख, फिर देख गुरु ते तेरे ते की बख्शिश करदा है, तेरा जीवन किवें बदलदा है। अज साडी भटकना, अज दर दर ते धक्के खाण दा रीजन ही ऐसा है गुरसिख दा कि गुरु का सिख मन करके गुरु तो दूर चल गया है। जे को गुर ते बेमुख होवे, सतगुरु कहंदे बिन सतगुर मुक्त ना पावे, पावे मुक्त ना होर तै कोई पुछों विवेकिया जाए। अनेक जुनी भरम आवे बिन सतगुर मुक्त ना पाए, फिर मुक्त पाए लाग चरनी सतगुरु शब्द सुनाए। ते अगला वचन कीता कहे नानक विचार देखो बिन सतगुर मुक्त ना पाए। जेकर साडा पार उतारा होना है ते सतगुरु सच्चे पातशाह कहंदे पूरे गुरु तो बगैर नहीं हो सकता। इस तरह गुरबाणी दे अंदर सानू समझाउणा कीता गुरु साहब ने, बड़े प्यार सारे गज वज के पढ़िया करो। तेरा होना नहीं ओ पारी उतारा, तेरा होना नहीं ओ पारी उतारा, सतगुर पूरिया बिना तेरा होना नहीं ओ पारी उतारा, सतगुर पूरिया बिना तेरा होना नहीं ओ पार उतारा, जी सतगुर पूरिया बिना तेरा होना नहीं ओ पार उतारा, सतगुर पूरिया बिना होना नहीं ओ पार
ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਓ ਪਾਰੀ ਉਤਾਰਾ ਪਾਰੀ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਓ ਪਾਰੀ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਜੀ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਸਤਿਗੁਰ ਜੀ ਪੂਰਿਆ ਬਿਨਾ ਸਤਿਗੁਰ ਜੀ ਪੂਰਿਆ ਬਿਨਾ ਜੀ ਸਤਿਗੁਰ ਜੀ ਪੂਰਿਆ ਬਿਨਾ ਜੀ ਸਤਿਗੁਰ ਜੀ ਪੂਰਿਆ ਬਿਨਾ ਸਤਿਗੁਰ ਜੀ ਪੂਰਿਆ ਬਿਨਾ ਜੀ ਸਤਿਗੁਰ ਜੀ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਪਾਰੀ ਉਤਾਰਾ ਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਪਾਰੀ ਉਤਾਰਾ ਜੀ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਉਹ ਤੇਰਾ ਹੋਣਾ ਨਹੀਂ ਪਾਰ ਉਤਾਰਾ ਪੂਰਿਆ ਬਿਨਾ ਬਿਨ ਗੁਰ ਪੂਰੇ ਨਾਹੀ ਉਧਾਰ ਬਿਨਾ ਗੁਰੂ ਤੋਂ ਬਿਨਾ ਪੂਰੇ ਗੁਰੂ ਤੋਂ ਸਾਧ ਸੰਗਤ ਜੀ ਸਿੱਖ ਦਾ ਉਧਾਰ ਨਹੀਂ ਹੋ ਸਕਦਾ। ਮਥੁਰਾ ਜੀ ਕਹਿੰਦੇ ਨੇ ਜਦੋਂ ਤੱਕ ਮੇਰੇ ਭਾਗ ਜਾਗੇ ਨਹੀਂ ਸੀ ਉਦੋਂ ਤੱਕ ਮੈਂ ਭਟਕਦਾ ਸਾਂ, ਉਦੋਂ ਤੱਕ ਮੈਂ ਸਾਧ ਸੰਗਤ ਜੀ ਮਥੁਰਾ ਜੀ ਕਹਿੰਦੇ ਨੇ ਮੈਂ ਭਟਕਦਾ ਫਿਰਦਾ ਸੀ, ਕਦੇ ਕਿਤੇ ਚਲਾ ਗਿਆ ਕਦੇ ਕਿਤੇ ਚਲਾ ਗਿਆ। ਅੱਜ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਏ, ਅੱਜ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਮਿਲੀ। ਹੋਇਆ ਕੀ ਕਹਿੰਦੇ ਨੇ ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਇਸ ਕਲਯੁਗ ਦੇ ਘੋਰ ਸਮੁੰਦਰ ਦੇ ਵਿੱਚ ਮੈਂ ਗੋਤੇ ਖਾਂਦਾ ਸੀ, ਇਸ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਮੈਂ ਡੁੱਬਦਾ ਜਾਂਦਾ ਸੀ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਹਿੰਦੇ ਨੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਕਹਿੰਦੇ ਇਸ ਡੋਬੇ ਦਾ ਪਛਤਾਵਾ ਮੈਨੂੰ ਸਦਾ ਹੀ ਬਣਿਆ ਰਹਿੰਦਾ ਸੀ। ਮੈਂ ਤਰਾਂਗਾ ਤੇ ਤਰਾਂਗਾ ਕਿਵੇਂ ਤੇ ਪ੍ਰਸਾਦ ਸਿੰਘ ਜੀ ਮਥੁਰਾ ਭੱਟ ਜੀ ਕਹਿੰਦੇ ਹੋਇਆ ਪਤਾ ਕੀ, ਕਹਿੰਦੇ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਕਹਿੰਦੇ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਮਿਲੀ ਤੇ ਗੁਰੂ ਅਰਜਨ ਦੇਵ ਜੀ ਦੀ ਸੰਗਤ ਮਿਲਣ ਦੇ ਨਾਲ ਪਤਾ ਇਹ ਲੱਗ ਗਿਆ ਕਿ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਹਾਜ਼ ਰੂਪ ਬਣ ਕੇ ਆਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਸਾਰ ਨੂੰ ਤਾਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਹਾਜ਼ ਰੂਪ ਬਣ ਕੇ ਆਏ ਨੇ। ਜਗ ਤਾਰਨ ਕੋ ਅਵਤਾਰ ਬਣਾਇਓ। ਤੇ ਸਾਧ ਸੰਗਤ ਜੀ ਮਥੁਰਾ ਜੀ ਕਹਿੰਦੇ ਨੇ ਐ ਗੁਰੂ ਦੇ ਸਿੱਖੋ, ਕਹਿੰਦੇ ਨੇ ਕਹਿੰਦੇ ਜਪਿਓ ਜਿਨੇ ਅਰਜਨ ਦੇਵ ਗੁਰੂ, ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਪ ਲਿਆ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਲਿਆ। ਗੁਰੂ ਦਾ ਧਿਆਨ ਕੀ ਹੈ ਜੀ? ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਵਸਾਉਣਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨਮਾਨ। ਜੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਬਾਣੀ ਸਾਡੇ ਕੋਲ ਹੈ। ਜਪਜੀ ਸਾਹਿਬ ਪਹਿਲਾਂ, ਜੇ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ
ਸਾਧ ਸੰਗਤ ਜੀ ਕਿੰਨੇ ਪਾਤਸ਼ਾਹ ਨੇ, ਜਿੰਨੇ ਗੁਰੂ ਸਾਹਿਬਾਨ ਨੇ, ਜੇਕਰ ਸਾਧ ਸੰਗਤ ਜੀ ਉਹਨਾਂ ਦਾ ਧਿਆਨ ਧਰਦੇ ਤੇ ਉਹਨਾਂ ਦੀ ਬਾਣੀ ਦਾ ਧਿਆਨ ਆਉਂਦਾ ਹੈ, ਉਹਨਾਂ ਦੇ ਬਚਨਾਂ ਦਾ ਧਿਆਨ ਆਉਂਦਾ ਹੈ, ਉਹਨਾਂ ਦਾ ਉਪਦੇਸ਼ ਸਾਡੇ ਜੀਵਨ ਵਿੱਚ ਆਉਂਦਾ ਹੈ। ਤੇ ਸਾਧ ਸੰਗਤ ਜੀ ਭਗਤ ਭੱਟ ਮਥਰਾ ਜੀ ਕਹਿੰਦੇ ਨੇ, ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪ ਲਿਆ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰ ਲਿਆ, ਉਹਨਾਂ ਨੂੰ ਕੀ ਮਿਲੂਗਾ ਜੀ? ਜਪਿਓ ਜਿਨ ਅਰਜਨ ਦੇਵ ਗੁਰੂ। ਤੇ ਅਗਲਾ ਬਚਨ ਕੀਤਾ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪ ਲਿਆ, ਗੁਰੂ ਕੇ ਸਿੱਖੋ, ਉਹ ਗਰਭ ਜੋਨੀ ਦੇ ਵਿੱਚ ਨਹੀਂ ਆ ਸਕਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਹਨਾਂ ਦਾ ਜੰਮਣਾ ਮਰਨਾ ਮਿਟ ਜਾਏਗਾ। ਐਡੀ ਵੱਡੀ ਮੂਰਤ ਨੇ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਸਾਧ ਸੰਗਤ ਜੀ, ਕਾਰਨ ਬਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਤਾਪਨਾ ਕੀਤੀ, ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਗ੍ਰੰਥ ਬਣਾਇਆ। ਖਬਰਾਂ ਸਾਧ ਸੰਗਤ ਜੀ ਪਹੁੰਚੀਆਂ, ਖਬਰਾਂ ਲਾਹੌਰ ਪਹੁੰਚੀਆਂ। ਜਦੋਂ ਲਾਹੌਰ ਪਹੁੰਚੀਆਂ ਖਬਰਾਂ, ਜਹਾਂਗੀਰ ਦੇ ਕੰਨਾਂ ਦੇ ਵਿੱਚ ਖਬਰਾਂ ਪਹੁੰਚੀਆਂ। ਅਰਜਨ ਦੇਵ ਗੁਰੂ ਰਾਮਦਾਸ ਦਾ ਪੁੱਤਰ, ਗੁਰੂ ਅਰਜਨ ਦੇਵ ਗੱਦੀ ਤੇ ਬੈਠਾ ਹੈ, ਆਪਣਾ ਗ੍ਰੰਥ ਬਣਾ ਕੇ ਗੁਰਸਿੱਖਾਂ ਨੂੰ, ਆਪਣੇ ਸਿੱਖਾਂ ਨੂੰ ਉਸ ਗ੍ਰੰਥ ਦਾ ਪ੍ਰਚਾਰ ਕਰਦਾ ਹੈ। ਚੰਦੂ ਦੀ ਲੜਕੀ ਦਾ ਰਿਸ਼ਤਾ ਮੁੜ ਗਿਆ। ਕਿੰਨੇ ਕਾਰਨ ਬਣੇ। ਸਾਧ ਸੰਗਤ ਜੀ, ਜਾ ਕੇ ਖਬਰਾਂ ਜਹਾਂਗੀਰ ਦੇ ਕੰਨਾਂ 'ਚ ਪਹੁੰਚੀਆਂ। ਅੱਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ। ਲਾਹੌਰ ਦੀ ਧਰਤੀ ਤੇ ਸਤਿਗੁਰੂ ਜੀ ਗਏ, ਪੁੱਛ-ਗਿੱਛ ਹੋਈ, ਜਹਾਂਗੀਰ ਦਾ ਦਰਬਾਰ ਸਜਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ ਗਿਆ, ਤੁਸੀਂ ਗ੍ਰੰਥ ਬਣਾਇਆ ਹੈ, ਉਹਦੇ ਵਿੱਚ ਮੁਸਲਮਾਨ ਮੁਹੰਮਦ ਸਾਹਿਬ ਦੀ ਲਿਖਤ ਕਿਉਂ ਨਹੀਂ ਲਿਖੀ? ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਐ ਜਹਾਂਗੀਰ ਬਾਦਸ਼ਾਹ, ਜਿਹੜੀ ਬਾਣੀ ਸਾਨੂੰ ਧੁਰ ਦਰਗਾਹ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਹੈ, ਅਸੀਂ ਉਹ ਬਾਣੀ ਇਸ ਗ੍ਰੰਥ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕੀਤੀ ਹੈ, ਜਿਹਦੇ ਵਿੱਚ ਤਮਾਮ ਮੁਸਲਮਾਨ ਭਗਤ ਆਉਂਦੇ ਨੇ, ਜਿਹਦੇ ਵਿੱਚ ਤਮਾਮ ਹਿੰਦੂ ਭਗਤ ਆਉਂਦੇ ਨੇ, ਜਿਹਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਔਰ ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਦਰਜ। ਤੇ ਸਤਿਗੁਰੂ ਕਹਿੰਦੇ ਅਸੀਂ ਉਹ ਬਾਣੀ, ਉਹ ਬੋਲ ਇਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ, ਜਿਹੜੇ ਉਸ ਅਕਾਲ ਪੁਰਖ ਜੀ ਨੇ ਸਾਨੂੰ ਧੁਰ ਦਰਗਾਹੋਂ ਬਖਸ਼ੇ ਥੇ। ਫਿਰ ਸਾਧ ਸੰਗਤ ਜੀ ਕਿਹਾ, ਇਸ ਬਾਣੀ ਦੇ ਵਿੱਚੋਂ ਕੁਝ ਬੋਲ ਵੇਖ ਕੇ ਪੜ੍ਹ ਕੇ ਸੁਣਾਓ। ਫਿਰ ਇੱਕ ਪੋਥੀ ਸੀ ਜਿਹੜੀ ਸਾਧ ਸੰਗਤ ਜੀ ਨਾਲ ਗੁਰੂ ਅਰਜਨ ਦੇਵ ਮਹਾਰਾਜ ਲੈ ਕੇ ਗਏ ਸੀ, ਉਸ ਪੋਥੀ ਨੂੰ ਪ੍ਰਕਾਸ਼ ਕੀਤਾ ਗਿਆ। ਉਸ ਪੋਥੀ ਦੇ ਵਿੱਚ ਸਾਧ ਸੰਗਤ ਜੀ ਭਗਤ ਕਬੀਰ ਜੀ ਦਾ ਸ਼ਬਦ ਆਇਆ। ਉਹ ਪਹਿਲਾ ਸ਼ਬਦ ਆਇਆ, ਉਹਨੂੰ ਬੋਲਿਆ ਗਿਆ। ਉਹ ਸ਼ਬਦ ਕੀ ਸੀ? ਸ਼ਬਦ ਵਿੱਚ ਲਿਖਿਆ ਸੀ, ਅਵਲ ਅੱਲ੍ਹ ਨੂਰੂ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਜਹਾਂਗੀਰ ਦੇ ਕੰਨਾਂ ਵਿੱਚ ਇਹ ਸ਼ਬਦ ਪਿਆ, ਸਾਧ ਸੰਗਤ ਜੀ ਨੀਵੀਂ ਪੈ ਗਈ। ਇਸ ਸ਼ਬਦ ਦੇ ਵਿੱਚ ਤਾਂ ਪਹਿਲੇ ਹੀ ਅੱਲਾ ਦਾ ਨਾਮ ਆਇਆ, ਅਵਲ ਅੱਲ੍ਹ ਨੂਰੂ ਪਾਇਆ। ਇਸ ਸ਼ਬਦ ਦੇ ਵਿੱਚ, ਇਹਨਾਂ ਬੋਲਾਂ ਦੇ ਵਿੱਚ ਤਾਂ ਅੱਲਾ ਦਾ ਨਾਮ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਅਵਲ ਅੱਲ੍ਹ ਨੂਰੂ ਪਾਇਆ, ਕਿ ਅੱਲਾ ਨੇ, ਪਰਮੇਸ਼ਰ ਨੇ, ਅਕਾਲ ਪੁਰਖ ਨੇ, ਖੁਦਾ ਨੇ ਪਹਿਲਾਂ ਆਪਣਾ ਪ੍ਰਕਾਸ਼ ਪੈਦਾ ਕੀਤਾ, ਆਪਣੀ ਸ਼ਕਤੀ ਪੈਦਾ ਕੀਤੀ। ਅਵਲ ਅੱਲ੍ਹ ਨੂਰੂ ਪਾਇਆ। ਫਿਰ ਕੀ ਕੀਤਾ ਜੀ? ਕੁਦਰਤ ਕੇ ਸਭ ਬੰਦੇ, ਉਸ ਤੋਂ ਬਾਅਦ ਕੁਦਰਤ ਦੇ ਸਾਰੇ ਬੰਦੇ ਬਣਾਏ, ਜੀਵ ਜੰਤੂ ਬਣਾਏ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕੋ ਹੀ ਪ੍ਰਕਾਸ਼ ਤੋਂ, ਇੱਕੋ ਹੀ ਸ਼ਕਤੀ ਤੋਂ ਸਾਰਾ ਸੰਸਾਰ ਪੈਦਾ ਹੋਇਆ। ਜਦੋਂ ਜਹਾਂਗੀਰ ਦੇ ਕੰਨਾਂ ਵਿੱਚ ਇਹ ਬੋਲ ਪਏ, ਜਹਾਂਗੀਰ ਦੀ ਨੀਵੀਂ ਪੈ ਗਈ। ਪਰ ਚੰਦੂ ਵਰਗੇ ਦੁਸ਼ਟ ਆਤਮਾ, ਜਿਨ੍ਹਾਂ ਨੇ ਸਾਧ ਸੰਗਤ ਜੀ ਕਮਰ ਕਸਾ ਬੰਨਿਆ ਹੋਇਆ ਸੀ, ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਐਸੇ ਤਸੀਹੇ ਦਿੱਤੇ ਜਾਣ, ਜਿਨ੍ਹਾਂ ਨੇ ਮੇਰੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਹੈ। ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ਜਾਵੇ। ਸਾਧ ਸੰਗਤ ਜੀ ਕੰਨ ਭਰੇ ਜਹਾਂਗੀਰ ਬਾਦਸ਼ਾਹ ਦੇ,
ਫਿਰ ਚੰਦੂ ਦੇ ਹਵਾਲੇ ਕਰ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ। ਚੰਦੂ ਨੇ ਗੁਰੂ ਸਾਹਿਬ ਜੀ ਦੇ ਉੱਤੇ ਤਸੀਹੇ, ਗੁਰੂ ਸਾਹਿਬ ਜੀ ਦੇ ਉੱਤੇ ਤਸ਼ੱਦਦ ਕੀਤੇ। ਆਪਾਂ ਸਾਰੇ ਸੁਣਦੇ ਪੜ੍ਹਦੇ ਆਨੇ ਹਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੈਦ ਵਿੱਚ ਰੱਖਿਆ ਗਿਆ। ਸਤਿਗੁਰੂ ਜੀ ਨੂੰ ਕੁਝ ਖਾਣ ਪੀਣ ਨੂੰ ਨਾ ਦਿੱਤਾ ਗਿਆ। ਸਾਧ ਸੰਗਤ ਜੀ, ਤਤੀਆਂ ਤਵੀਆਂ ਤੇ ਬਿਠਾ ਕੇ ਹੇਠਾਂ ਅੱਗ ਬਾਲੀ ਗਈ, ਤੱਤਾ ਰੇਤਾ ਸੀਸ 'ਚ ਪਾਇਆ ਗਿਆ ਤੇ ਉਬਲਦੇ ਦੇਗੇ ਵਿੱਚ ਪਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਵਾਲਿਆ ਗਿਆ। ਇੰਨੇ ਤਸੀਹੇ ਝੱਲਦੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖੋਂ ਸੀ ਨਾ ਉਜਰੀ। ਸਗੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਦੁੱਖ ਦੇ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਧਿਆਈ ਦੇ, ਜੇ ਭੁੱਖ ਦੇ ਤਾਂ ਇਤਿ ਰਾਜਾ, ਦੁੱਖ ਵਿੱਚ ਸੁਖ ਮਨਾਈ। हे ਅਕਾਲ ਪੁਰਖ ਵਾਹਿਗੁਰੂ ਜੀ, ਇਹ ਤੇਰਾ ਭਾਣਾ ਹੈ, ਇਹ ਤੇਰੀ ਰਜਾ ਹੈ। ਤਵੀ ਵੀ ਤੂੰ ਆਪ ਹੀ ਹੈ, ਅੱਗ ਵੀ ਤੂੰ ਆਪੇ ਹੀ ਹੈ, ਸਾਰਾ ਕੁਝ ਤੂੰ ਆਪ ਹੀ ਹੈ ਤੇ ਆਪ ਹੀ ਤੂੰ ਮੈਨੂੰ ਬਿਠਾ ਕੇ ਆਪਣੀ ਰਜਾ ਵਿੱਚ, ਆਪਣੇ ਹੁਕਮ ਦੇ ਵਿੱਚ ਇਸ ਤਤੀ ਤਵੀ ਤੇ ਬਿਠਾਇਆ ਹੋਇਆ ਹੈ। ਅਕਾਲ ਪੁਰਖ ਦੇ ਭਾਣੇ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇਸ ਤਰ੍ਹਾਂ ਦੇ ਬੋਲ ਬੋਲ ਰਹੇ ਨੇ। ਪਿਆਰ ਨਾਲ ਪੜਿਓ। ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਜੀ, ਬਾਣਾ ਲੱਗਦਾ ਜੀ, ਮਿੱਠਾ ਲੱਗਦਾ ਜੀ, ਮਿੱਠਾ ਲੱਗਦਾ, 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 ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ, ਮਿੱਠਾ ਲੱਗਦਾ ਗੁਰੂ ਜੀ ਤੇਰਾ ਭਾਣਾ ਜੀ, ਮਿੱਠਾ ਲੱਗਦਾ। ਗੁਰੂ ਅਰਜਨ ਦੇਵ ਮਹਾਰਾਜ ਉੱਥੇ ਵੀ ਭਾਣਾ ਮੰਨ ਰਹੇ ਨੇ, ਉੱਥੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਜਦੋਂ ਸਾਈਂ ਮੀਆਂ ਮੀਰ ਆਇਆ ਨਾ ਗੁਰੂ ਅਰਜਨ ਦੇਵ ਮਹਾਰਾਜ ਕੋਲ, ਸਾਈਂ ਮੀਆਂ ਮੀਰ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਉੱਤੇ ਤਸ਼ੱਦਦ ਹੋ ਰਿਹਾ ਹੈ। ਸਤਿਗੁਰੂ ਜੀ ਦੇ ਸਨਮੁਖ ਆਇਆ, ਗੁਰੂ ਜੀ ਦੀ ਹਾਲਾਤ ਦੇਖ ਕੇ
साईं मियाँ मीर ने हाथ जोड़े। हाथ जोड़ के साईं मियाँ मीर फकीर कहन लग्या, सच्चे पातशाह एक की हालत बनाई है शरीर की। सच्चे पातशाह मैं जानदा तुसी दीन दुनिया दे मालक हो। सच्चे पातशाह जी तुसी सर्व कला समर्थ हो, तुसी जो चाहो कर सकते हो। पर सच्चे पातशाह ये की भाना है। धन गुरु अर्जन देव महाराज कहते मियाँ मीर जी एक बचन याद करो, एक बचन याद करो। श्री हरमंदर साहब की धरती ते शब्द पढ़िया जा रहा सी, तन मन काट काट सब अर्पी, तन मन काट काट सब अर्पी, बिच अग्नि आप जलाई। कहते ये शब्द श्री हरमंदर साहब की धरती ते पढ़िया जा रहा सी। ऐ साईं मियाँ मीर जी उस वेले आप जी आए, आप जी ने शब्द सुनिया ते आप जी ने सानू सवाल किया सी कि सच्चे पातशाह गुरु अर्जन देव महाराज कोई गुरु का सिख ऐसा भी हो सकता है जेड़ा तन मन कट के, तन मन काट, जेड़ा तन मन कट के गुरु नूं अर्पण कर दवे। इत्थे ही बस नहीं, जेड़ा तन मन कट के गुरु नूं अर्पण कर दवे और बिच अग्नि आप जलाई गुरु की खुशी वास्ते, अकाल पुरख के भाणे विच चलण वास्ते। जेकर अग दे विच नूं सड़ना भी पै जाए, बिच अग्नि आप जलाई, जेकर अग दे विच नूं जलना भी पै जाए गुरु की खुशी खातर, कि ऐसा कोई गुरसिख संसार विच है जेड़ा अपना तन मन कट दवे, गुरु नूं अर्पण कर दवे और गुरु वास्ते अपना शरीर भी अग विच जला दवे। ऐ मियाँ मीर जी तुसी पुछया सी, असीं वो बचन पूरा कर रहे हैं। जे असीं वो बचन उचारण कीता उस बचन ते पूरे उतर रहे हाँ। साध संगत जी जिन्नी गुरबाणी श्री गुरु ग्रंथ साहिब विच दर्ज है, जिन्ने पातशाहां ने, जिन्ने भगतां ने, जिन्ने गुरसिखां ने ये बाणी गुरु ग्रंथ साहिब विच दर्ज कीती है ना, उस बाणी दे कल्ले कल्ले बोल नूं अपने जीवन दे विच धारण कीता है। अज तां असीं अपनी जबानां ते खड़दे नहीं हाँ, असीं किसे नूं जबान कर दिंदे मुकर जाने हाँ, पैर पैर ते मुकरदे आं। आपां नूं पता सारिआं नूं असीं कदे अपनी जबान ते नहीं खड़े। असीं तां साध संगत जी गुरु दे सामने नहीं खड़े, असीं तां गुरु दे सामने भी मुकरे हुए हैं। असीं तां गुरु दे नाल साध संगत जी जबान करके कि ऐ सच्चे पातशाह मेरा आ काम बना दे, मैं आ करांगा, मैं सेवा करांगा, मैं बाणी पढ़ांगा, मैं अमृत छक के गुरु वाला बनांगा। मुकरे हुए नहीं असीं गुरु तो। किन्ने ने जिहड़े मुकरे हुए ने अपने बचना तो खिसके हुए आ। पर साध संगत जी साईं मियाँ मीर नूं सतगुरु कहंदे साईं जी बचन पूरा कर रहे हैं। तती तभी ते बह के ये अज बचन पूरा किया भी तन मन काट काट सब अर्पी, विच अग्नि आप जलाई। सच्चे पातशाह जी रत्ती भर भी थानू कोई दुख नहीं। धन गुरु अर्जन देव महाराज कहते ने मैं अग भी उस अकाल पुरख नूं समझिया, मैं तभी भी अकाल पुरख जी नूं समझिया होया है। मैं ये समझिया होया है कि मेरा अकाल पुरख अग भी आप बन के, तभी भी आप बन के, तत्ता रेता भी आप बन के मेरे तो अज प्रीखिया लै रहा है। तो सतगुरु कहते मैं उस अकाल पुरख के भाणे विच अडोल इस तत्ती तवी के उत्ते बैठा हाँ। जेड़े रब दे प्यारे ने, जेड़े जुड़े हुए ने, साध संगत जी धरती डोल सकती है पर वो अपने बचना तो मुनकर नहीं हो सकते। इस तरह साध संगत जी आख्या है, प्यार नाल पढ़िए। तेरे प्यारे सिद्ध को नहीं डोल दे, धरती बिशक डोल जे। तेरे प्यारे सिद्ध को नहीं डोल दे, धरती बिशक डोल जे। नहीं कदे डोल दे, धरती बेशक डोल दे। तेरे प्यारे सिख नहीं कदे डोल दे, जी धरती बेशक डोल दे। तेरे प्यारे सिद्ध को नहीं डोल दे, जी धरती बेशक डोल दे। तेरे प्यारे
ਧਰਤੀ ਬੇਸ਼ੱਕ ਡੋਲੇ। प्यारे जी धरती बेशक डोल जे, प्यारे जी धरती बेशक डोल जे। प्यारे जी धरती बेशक डोल जे, प्यारे धरती बेशक डोल जे। जी धरती बेशक डोल जे मेरे प्यारे, धरती बेशक डोल जे। तेरे प्यारे सिद्ध को नहीं डोल दे, सिद्ध को नहीं डोल दे, धरती बेशक डोल जे। तेरे प्यारे सिद्ध को नहीं डोल दे, धरती बेशक डोल जे। तेरे प्यारे सिद्ध को नहीं डोल दे, जी धरती बेशक डोल दे। तेरे प्यारे सिद्ध को नहीं डोल दे, धरती बेशक डोल दे। डोल दे धरती बेशक डोल दे, तेरे प्यारे सिद्ध को नहीं डोल दे, धरती बेशक डोल दे। क्योंकि सूरा सो पहचानी है जो नरै दीन के हेत, पुरजा पुरजा कट मरै कबहू ना छाड़े खेत। सतगुरु महाराज कहन लगे साईं जी बचन पूरे कर रहे हैं अकाल पुरख की रजा च। ते साध संगत जी सतगुरु जी नूं तसीहे दिते, शरीर उत्ते छाले पए ने, शरीर छन्नी छन्नी हो गया, पर फिर भी सतगुरु जी तेरा किया मीठा लागै, हर नाम पदार्थ नानक मांगै। एकदम शांति विच पहली शहीदी सी सिख धर्म दे विच, जिहड़ी इन्नी शांति दे नाल धन गुरु अर्जन देव महाराज ने साध संगत जी तसीहे झल के दिती। ते साध संगत जी मुखों सी ना उचारी, शांति नाल ताही सतगुरु गुरु अर्जन देव महाराज जी नूं आपां शीस झुका के कहने आ कि धन गुरु अर्जन देव महाराज जी शहीदां दे सिरताज सतगुरु ने, आखो सतनाम। श्री वाहिगुरू जी शहीदां दे सिरमौर ने गुरु जी ने नहीं रखी। ते जदों साध संगत जी छालनी छालनी हो गया ना, गुरु साहब जी ने इच्छा ਜ਼ਾਹਰ ਕੀਤੀ भी ਹੁਣ इस शरीर ਨੂੰ त्याग ਦਿੱਤਾ ਜਾਵੇ। सतगुरु जी ने इच्छा ਜ਼ਾਹਰ ਕੀਤੀ भी ਅਸੀਂ ਰਾਵੀ ਦਰਿਆ ਵਿੱਚ ਇਸ਼ਨਾਨ ਕਰਨਾ ਹੈ। इजाजत मिल गई। साध संगत जी रावी के कंढे ते जिहड़ी ਉਹ ਲਾਹੌਰ ਦੇ ਨਾਲ ਵਗਦੀ ਸੀ ਰਾਵੀ, ਉੱਥੇ गुरु साहब सच्चे पातशाह जी ने श्री जपजी साहब का पाठ किया। जपजी साहब का पाठ करके अरदास की कि धन गुरु रामदास महाराज जी आप जी के दर तो शहीदी पाउण वास्ते चलिया सा, इन्हां जालमां ने तसीहे दिते, अज मैं कौम की खातर, देश की खातर, गुरु की खातर मैं अज कुर्बान होण जा रहा, मेरी सेवा नूं प्रवान करो। अरदास बेनती करके गुरसिखां ताईं सुनेहा भेजिया कि बाबा बुढ़ा जी ताईं एक खबर पहुँचा दिओ, साडी गल पहुँचा दिओ कि साडे सपुत्र हरगोबिंद नूं गुरता गुरगद्दी दा तिलक लाउणा। अज तो 6वें सतगुरु सिखां दे गुरु हरगोबिंद साहब महाराज होणगे, उन्हां नूं गुरगद्दी दा तिलक लाउणा है। और एक गल गुरु अर्जन देव महाराज कहते साडे वल्लों साडे पुत्र गुरु हरगोबिंद साहब नूं कह दिओ कि गुरु अर्जन देव महाराज ने ये वचन किया है गुरु हरगोबिंद साहब महाराज नूं कि हुण कल्ली माला नाल गल नहीं बननी, हुण जे एक हाथ दे विच माला पकड़ी ते दूजे हाथ दे विच फिर शस्त्र पकड़ना पऊगा। आखो सतनाम श्री वाहिगुरू जी। हुण एक हाथ दे विच माला, दूसरे हाथ विच शस्त्र पकड़ के इन्हां जालमां नूं सोधना पैना है, इन्हां जालमां नूं मुकाउणा पैना है। ये गल साडे सपुत्र हरगोबिंद नूं कह देनी ते साध संगत जी फिर गुरु अर्जन देव महाराज ने रावी दे दरिया दे विच चुब्बा मारिया
ਤੇ ਸਾਧ ਸੰਗਤ ਜੀ ਫਿਰ ਚੁੱਭਾ ਮਾਰ ਕੇ ਇਤਿਹਾਸਕਾਰ ਦੱਸਦੇ ਨੇ ਕਿ ਸਤਿਗੁਰੂ ਜੀ ਨੇ ਅਰਦਾਸ ਕਰਕੇ ਜਦੋਂ ਚੁੱਭਾ ਮਾਰਿਆ, ਫਿਰ ਵਿੱਚ ਹੀ ਸਾਧ ਸੰਗਤ ਜੀ ਰਾਵੀ ਦੇ ਜਲ ਵਿੱਚ ਹੀ ਜਿਉਂ ਜਲ ਮੈਂ ਜਲਿਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ ਨਾਨਕ। ਤਾਂ ਕਹਿ ਸਦ ਕੁਰਬਾਨ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਵੇਂ ਸੂਰਜ ਦੀ ਕਿਰਨ ਸੂਰਜ 'ਚ ਮਿਲ ਜਾਂਦੀ ਹੈ, ਜਿਵੇਂ ਪਾਣੀ ਦੀ ਤਰੰਗ ਪਾਣੀ 'ਚ ਮਿਲ ਜਾਂਦੀ ਹੈ, ਕਹਿੰਦੇ ਨੇ ਉਵੇਂ ਗੁਰੂ ਅਰਜਨ ਦੇਵ ਮਹਾਰਾਜ ਚੁੱਭਾ ਮਾਰ ਕੇ ਰਾਵੀ ਦੇ ਵਿੱਚ ਅਕਾਲ ਪੁਰਖ ਦੇ ਨਾਲ ਇੱਕ ਮਿਕ ਹੋ ਗਏ। ਪਿੱਛੋਂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ ਭਾਣਾ ਮੰਨਿਆ ਤੇ ਉਸ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਸੇਧ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਫਿਰ ਹੋਇਆ ਕੀ, ਅਰਜਨ ਕਾਇਆ ਪਲਟ ਕੇ, ਅਰਜਨ ਕਾਇਆ ਪਲਟ ਕੇ, ਅਰਜਨ ਕਾਇਆ ਪਲਟ, ਅਰਜਨ ਕਾਇਆ ਪਲਟ ਕੇ, ਅਰਜਨ ਕਾਇਆ ਪਲਟ ਕੇ, ਅਰਜਨ ਕਾਇਆ ਪਲਟ, ਮੂਰਤ ਹਰ ਗੋਬਿੰਦ ਸਵਾਰੀ, ਅਰਜਨ ਕਾਇਆ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ, ਅਰਜਨ ਕਾਇਆ ਪਲਟ, ਅਰਜਨ ਕਾਇਆ ਪਲਟ, ਮੂਰਤ ਹਰ ਗੋਬਿੰਦ ਸਵਾਰੀ, ਅਰਜਨ ਜਿਨ ਕਾਇਆ ਪਲਟ ਰੇ। ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ, ਅਰਜਨ ਕਾਇਆ ਪਲਟ ਕੇ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ, ਅਰਜਨ ਕਾਇਆ ਪਲਟ, ਅਰਜਨ ਕਾਇਆ ਪਲਟ, ਮੂਰਤ ਹਰ ਗੋਬਿੰਦ ਸਵਾਰੀ, ਅਰਜਨ ਕਾਇਆ ਪਲਟ, ਅਰਜਨ ਕਾਇਆ ਪਲਟ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਤੇ ਕਹਿੰਦੇ ਨੇ ਅਰਜਨ ਕਾਇਆ ਪਲਟ ਕੇ, ਭਾਈ ਗੁਰਦਾਸ ਜੀ ਦਾ ਬਚਨ ਹੈ, ਅਰਜਨ ਕਾਇਆ ਪਲਟ ਕੇ, ਭਾਵ ਗੁਰੂ ਅਰਜਨ ਦੇਵ ਜੀ ਨੇ ਆਪਣੀ ਕਾਇਆ ਪਲਟ ਕੇ ਕੀ ਕੀਤਾ ਜੀ, ਮੂਰਤ ਹਰ ਗੋਬਿੰਦ ਸਵਾਰੀ, ਆਪਣੀ ਕਾਇਆ ਪਲਟ ਕੇ ਹਰ ਗੋਬਿੰਦ ਵਿੱਚ ਰੱਖ ਦਿੱਤੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਹੋਇਆ ਕੀ, ਕਹਿੰਦੇ ਚੱਲੀ ਪੀੜੀ ਸੋਢੀਆਂ, ਕਹਿੰਦੇ ਸੋਢੀਆਂ ਦੀ ਐਸੀ ਪੀੜੀ ਚੱਲੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਸਾ ਯੋਧਾ ਪੈਦਾ ਹੋਇਆ ਤੇ ਕਹਿੰਦੇ ਨੇ ਦਲ ਭੰਜਨ ਗੁਰ ਸੂਰਮਾ, ਦਲਾਂ ਨੂੰ ਭੰਜਣ ਵਾਲਾ, ਵੱਡੀਆਂ ਵੱਡੀਆਂ ਫੌਜਾਂ ਨੂੰ ਭੰਜਣ ਵਾਲਾ, ਖਤਮ ਕਰਨ ਵਾਲਾ, ਦਲ ਭੰਜਨ ਗੁਰ ਸੂਰਮਾ, ਐਸਾ ਸੂਰਮਾ ਗੁਰੂ ਪੈਦਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਦਲ ਭੰਜਨ ਗੁਰ ਸੂਰਮਾ, ਵੱਡ ਯੋਧਾ, ਕਹਿੰਦੇ ਵੱਡਾ ਯੋਧਾ, ਬਹੁ ਪਰਪਕਾਰੀ, ਪਰਪਕਾਰੀ ਯੋਧਾ ਗੁਰੂ ਹਰਗੋਬਿੰਦ ਸਾਹਿਬ ਪੈਦਾ ਹੋਇਆ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਜਾਂਦਿਆਂ ਜਾਂਦਿਆਂ ਨੇ ਕਿਹਾ, ਪੁੱਤਰਾ ਕੱਲੀ ਮਾਲਾ ਪਕੜ ਕੇ ਗੱਲ ਨਹੀਂ ਬਣਨੀ, ਹੁਣ ਸ਼ਸਤਰ ਵੀ ਪਕੜਨਾ ਪੈਣਾ। ਫਿਰ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਦੋ ਤਲਵਾਰਾਂ ਪਹਿਨੀਆਂ, ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਇੱਕ ਪਾਸੇ ਮੀਰੀ ਦੀ ਤਲਵਾਰ ਪਹਿਨੀ, ਇੱਕ ਪਾਸੇ ਸਾਧ ਸੰਗਤ ਜੀ ਪੀਰੀ ਦੀ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਨ ਕੇ ਕਿਹਾ, ਜਿੱਥੇ ਮੀਰੀ ਦੇ ਧਾਰਨੀ ਬਣਨਾ ਉੱਥੇ ਪੀਰੀ ਵੀ ਕਮਾਉਣੀ ਹੈ, ਜਿੱਥੇ ਪੀਰੀ ਕਮਾਉਣੀ ਹੈ ਉੱਥੇ ਮੀਰੀ ਵੀ ਕਮਾਉਣੀ ਹੈ। ਭਾਵ ਪੀਰੀ ਭਾਵ ਮਾਲਾ ਜਪਣੀ, ਭਜਨ ਕਰਨਾ, ਬੰਦਗੀ ਕਰਨੀ, ਬਾਣੀ ਪੜ੍ਹਨੀ। ਤੇ ਸਾਧ ਸੰਗਤ ਜੀ ਜਿਹੜੀ ਪੀਰੀ ਹੈ, ਜਿਹੜੀ ਮੀਰੀ ਹੈ, ਭਾਵ
ਰਾਜਨੀਤਿਕ ਵੀ ਵਿਦਿਆ ਹਾਸਲ ਕਰਨੀ, ਰਾਜਨੀਤੀ ਵੀ ਪੈਦਾ ਕਰਨੀ, ਰਾਜਨੀਤੀ ਨੂੰ ਵੀ ਆਪਣੇ ਜੀਵਨ ਵਿੱਚ ਅਪਣਾਉਣਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਅਕਾਲ ਤਖਤ ਉਚਾਰਨ ਕੀਤਾ, ਅਕਾਲ ਤਖਤ ਬਣਾਇਆ। ਸਿੱਖਾਂ ਦੇ ਫੈਸਲੇ ਹੋਣ ਲੱਗੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਅਕਾਲ ਤਖਤ ਤੋਂ ਹੁਕਮਨਾਮੇ ਜਾਰੀ ਕਰਦੇ। ਇੱਕ ਗੁਰੂ ਕੇ ਸਿੱਖਾਂ ਦਾ ਇੱਕ ਵੱਡਾ ਤਖਤ ਬਣ ਗਿਆ, ਜਿਹਨੂੰ ਅਕਾਲ ਤਖਤ ਕਿਹਾ ਜਾਣ ਲੱਗ ਪਿਆ। ਸਾਧ ਸੰਗਤ ਜੀ, ਸਮਾਂ ਲੰਘਿਆ। ਸਤਿਗੁਰੂ ਜੀ ਦੇ ਸਮੇਂ ਤੋਂ ਬਾਅਦ ਅਗਲੇ ਗੁਰੂ ਸਾਹਿਬਾਨ ਆਏ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ। ਸਮਾਂ ਦਾ ਲੰਘਦਾ ਗਿਆ। ਆਪਾਂ ਗੱਲ ਨੂੰ ਮੁਕਾਉਂਦੇ ਹੋਏ 1984 ਦੇ ਸਾਧ ਸੰਗਤ ਜੀ ਸਮੇਂ ਨੂੰ ਯਾਦ ਕਰੀਏ। ਉਹੀ ਧਰਤੀ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ। ਸਾਧ ਸੰਗਤ ਜੀ, ਉਹ ਅਕਾਲ ਤਖਤ ਸਾਹਿਬ ਜਿਹਨੂੰ ਗੁਰੂ ਸਾਹਿਬ ਜੀ ਨੇ ਤਖਤ ਦਾ ਦਰਜਾ ਦਿੱਤਾ, ਸਮੇਂ ਸਿਰ ਉਸ ਸਮੇਂ ਤੋਂ ਪਹਿਲਾਂ ਵੀ ਹਰਿਮੰਦਰ ਸਾਹਿਬ ਜੀ ਨੂੰ ਢੇਰੀ ਕੀਤਾ ਗਿਆ, ਢਾਹ ਢੇਰੀ ਕਰ ਦਿੱਤਾ ਗਿਆ। ਹਰਿਮੰਦਰ ਸਾਹਿਬ ਵੀ ਪੂਰਿਆ ਗਿਆ ਅਨੇਕਾਂ ਵਾਰ। ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਉਂਦਾ ਰਿਹਾ। ਸਿੱਖਾਂ ਨੇ ਸਾਧ ਸੰਗਤ ਦੀ ਡਟ ਕੇ ਮੁਕਾਬਲੇ ਕੀਤੇ, ਮੌਤ ਦੇ ਘਾਟ ਉਤਾਰਿਆ। ਬਾਬਾ ਦੀਪ ਸਿੰਘ ਵਰਗਿਆਂ ਨੇ ਸਾਧ ਸੰਗਤ ਜੀ ਆਪਣੀਆਂ ਸ਼ਹਾਦਤਾਂ ਪਾ ਕੇ ਆਪਣੇ ਸੀਸ ਤਲੀ ਤੇ ਰੱਖ ਕੇ ਲੜ ਕੇ ਹਰਿਮੰਦਰ ਸਾਹਿਬ ਦੀ ਧਰਤੀ ਨੂੰ ਬਾਖੂਬੀ ਉਹਨਾਂ ਸਾਧ ਸੰਗਤ ਜੀ ਜ਼ਾਲਮਾਂ ਦੇ ਚੁੰਗਲ ਤੋਂ ਛਡਾਇਆ, ਆਜ਼ਾਦ ਕਰਵਾਇਆ। ਅੱਜ ਜੂਨ 84 ਦਾ ਦਿਨ ਆਇਆ। ਅੱਜ ਜੂਨ 84 ਚੜ੍ਹਿਆ। ਹਰਿਮੰਦਰ ਸਾਹਿਬ ਦੀ ਧਰਤੀ, ਉਹ ਮਹਾਨ ਪਵਿੱਤਰ ਧਰਤੀ ਜਿਹਦਾ ਚੱਪਾ ਚੱਪਾ ਸਾਧ ਸੰਗਤ ਜੀ ਪੂਜਣ ਯੋਗ ਹੈ। ਜਿਸ ਧਰਤੀ ਦੇ ਉੱਤੇ ਮਸਤਕ ਲਾਉਣ ਦੇ ਨਾਲ ਸਾਧ ਸੰਗਤ ਜੀ ਸਾਰੀਆਂ ਭੁੱਖਾਂ ਲੈ ਜਾਂਦੀਆਂ। ਜਿਸ ਧਰਤੀ ਤੇ ਨਤਮਸਤਕ ਹੋਣ ਦੇ ਨਾਲ ਮਨ ਗਦਗਦ ਹੋ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਉਹ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ, ਜਿਸ ਧਰਤੀ ਦੇ ਉੱਤੇ ਸਾਧ ਸੰਗਤ ਜੀ ਹਿੰਦ ਫੌਜ ਨੇ ਜਾ ਕੇ ਕਬਜ਼ਾ ਕਰ ਲਿਆ। ਜਗ੍ਹਾ ਜਗ੍ਹਾ ਜਾ ਕੇ ਸਿਪਾਹੀ ਤੈਨਾਤ ਕਰ ਦਿੱਤੇ ਗਏ, ਵੱਡੇ ਵੱਡੇ ਟੈਂਕ ਬੀੜ ਦਿੱਤੇ ਗਏ ਕਿ ਇਸ ਹਰਿਮੰਦਰ ਸਾਹਿਬ ਉਡਾ ਦੇਣਾ ਹੈ, ਅਕਾਲ ਤਖਤ ਸਾਹਿਬ ਨੂੰ ਉਡਾ ਦੇਣਾ ਹੈ। ਤੇ ਸ਼ਹੀਦਾਂ ਦੇ ਸਰਤਾਜ ਸਾਧ ਸੰਗਤ ਜੀ, ਦੇਸ਼ ਕੌਮ ਦੇ ਮਹਾਨ ਗੁਰਸਿੱਖ ਜਿਨ੍ਹਾਂ ਨੂੰ ਸਾਧ ਸੰਗਤ ਜੀ ਬਾਬਾ ਜਰਨੈਲ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਹੜੇ ਦਮਦਮੀ ਟਕਸਾਲ ਦੇ ਵਿੱਚ ਵਿੱਦਿਆ ਹਾਸਲ ਕੀਤੀ, ਪੜ੍ਹੇ, ਸਾਧ ਸੰਗਤ ਜੀ ਅਭਿਆਸ ਕੀਤਾ, ਬਾਣੀ ਦਾ ਅਧਿਐਨ ਕੀਤਾ, ਗੁਰਤੀ ਪ੍ਰਾਪਤ ਕੀਤੀ, ਤਾਕਤ ਹਾਸਲ ਕੀਤੀ, ਜਿਨ੍ਹਾਂ ਨੇ ਆਪਣੇ ਖੂਨ ਦਾ ਕਤਰਾ ਕਤਰਾ ਸਾਧ ਸੰਗਤ ਜੀ ਦੇਸ਼ ਕੌਮ ਦੇ ਉੱਤੋਂ ਵਾਰਨਾ ਚਾਹਿਆ। ਸਾਧ ਸੰਗਤ ਜੀ ਅੰਦਰ ਉਹ ਵੀ ਗੁਰਸਿੱਖਾਂ ਦੇ ਨਾਲ, ਗੁਰੂ ਕੇ ਸਿੰਘਾਂ ਦੇ ਨਾਲ ਉਹਨਾਂ ਹਿੰਦ ਫੌਜ ਦਾ ਮੁਕਾਬਲਾ ਕਰਨ ਵਾਸਤੇ ਡਟੇ ਨੇ। 1 ਜੂਨ ਤੋਂ ਲੈ ਕੇ 6 ਜੂਨ ਤੱਕ ਮੁਕਾਬਲਾ ਚੱਲਿਆ। 1 ਜੂਨ ਤੋਂ ਲੈ ਕੇ ਸਾਧ ਸੰਗਤ ਜੀ ਮੁਕਾਬਲਾ ਚੱਲਦਾ ਗਿਆ। ਇਹ ਉਹ ਧਰਤੀ ਹੈ ਸਾਧ ਸੰਗਤ ਜੀ ਜਿਸ ਧਰਤੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਈਂ ਮੀਆਂ ਮੀਰ ਤੋਂ ਇੱਟ ਰਖਵਾ ਕੇ ਤੇ ਕਿਹਾ ਸੀ ਕਿ 4 ਵਰਨਾਂ ਵਾਸਤੇ ਇਹ ਦਰ ਸਾਂਝਾ ਹੈ। 4 ਦਰਵਾਜ਼ੇ ਰੱਖੇ ਸ਼੍ਰੀ ਹਰਿਮੰਦਰ ਸਾਹਿਬ ਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਪੈਦਾ ਕੀਤਾ, ਅਕਾਲ ਤਖਤ ਦੀ ਸਿਰਜਣਾ ਕੀਤੀ। ਅੱਜ ਸਾਧ ਸੰਗਤ ਜੀ ਨੂੰ ਢਾਉਣ ਵਾਸਤੇ ਹਿੰਦ ਫੌਜ ਖੜੀ। 1 ਜੂਨ ਤੋਂ ਲੈ ਕੇ ਸਾਧ ਸੰਗਤ ਜੀ 6 ਜੂਨ ਤੱਕ ਇਹ ਘੱਲੂਕਾਰਾ ਚੱਲਿਆ। ਸਿੱਖ ਜਗਤ ਦੇ ਵਿੱਚ ਤੀਜਾ ਘੱਲੂਕਾਰਾ ਸੀ। ਇੱਕ ਘੱਲੂਕਾਰਾ ਕਾਨੂੰਵਾਨ ਦੇ ਸ਼ੰਭ 'ਚ ਹੋਇਆ, ਗੁਰਦਾਸਪੁਰ ਇਲਾਕੇ 'ਚ। ਇੱਕ ਘੱਲੂਕਾਰਾ ਮਲੇਰਕੋਟਲੇ ਦੀ ਧਰਤੀ ਦੇ ਨੇੜੇ ਸਾਧ ਸੰਗਤ ਜੀ ਕੁਪਰਹੇੜਾ ਪਿੰਡ ਪੈਂਦਾ, ਉੱਥੇ ਘੱਲੂਕਾਰਾ ਹੋਇਆ। ਸਿੱਖ ਜਗਤ ਦੇ ਵਿੱਚ ਤੀਜਾ ਘੱਲੂਕਾਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਜੋ 83 ਵਿੱਚ ਅਟੈਕ ਹੋਇਆ, ਇਹ ਤੀਜਾ ਘੱਲੂਕਾਰਾ ਸੀ ਜੋ ਸਿੱਖ ਜਗਤ ਦੇ ਵਿੱਚ ਵਾਪਰਿਆ। ਫੌਜਾਂ ਤੈਨਾਤ ਕੀਤੀਆਂ ਗਈਆਂ, ਵੱਡੇ ਵੱਡੇ ਟੈਂਕ ਬੀੜ ਦਿੱਤੇ ਗਏ। ਹਿੰਦੁਸਤਾਨ ਦੀ ਫੌਜ ਅੱਜ ਇਸ ਮਹਾਨ ਪਵਿੱਤਰ ਧਰਤੀ ਨੂੰ ਉਡਾਉਣ ਵਾਸਤੇ, ਸਾਧ ਸੰਗਤ ਜੀ ਖਤਮ ਕਰਨ ਵਾਸਤੇ ਤਿਆਰ ਖੜੀ ਹੈ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਜਿਸ ਧਰਤੀ ਨੂੰ ਅਨੇਕਾਂ ਵਾਰ ਤਹਿਸ ਨਹਿਸ ਕਰਨ ਵਾਸਤੇ ਵੱਡੇ ਵੱਡੇ ਆਏ ਤੇ ਸਾਧ ਸੰਗਤ ਜੀ ਉਹਨਾਂ ਦਾ ਨਾਂ ਨਿਸ਼ਾਨ ਨਹੀਂ ਰਿਹਾ। ਪਰ ਉਹ ਧਰਤੀ ਅੱਜ ਵੀ ਉਸੇ ਤਰ੍ਹਾਂ ਆਬਾਦ ਖੜੀ ਹੈ
ਤੇ ਰਹਿੰਦੀ ਦੁਨੀਆ ਤੱਕ ਉਹ ਧਰਤੀ ਆਬਾਦ ਰਹੇਗੀ, ਕਿਉਂਕਿ ਉਹ ਧਰਤੀ ਗੁਰੂ ਸਾਹਿਬਾਨਾਂ ਦੀ ਵਸਾਈ ਧਰਤੀ ਹੈ। ਉਸ ਧਰਤੀ ਦੇ ਉੱਤੇ ਬਾਣੀ ਪੜ੍ਹੀ ਗਈ, ਬਾਣੀ ਪੜ੍ਹੀ ਜਾ ਰਹੀ ਹੈ, ਇਸ ਕਰਕੇ ਉਹ ਧਰਤੀ ਸਦਾ ਵਾਸਤੇ ਆਬਾਦ ਰਹੇਗੀ। ਤੇ ਸਾਧ ਸੰਗਤ ਜੀ 1 ਜੂਨ ਤੋਂ ਫਾਇਰਿੰਗ ਸ਼ੁਰੂ ਹੋਈ, ਅਟੈਕ ਸ਼ੁਰੂ ਹੋਇਆ, ਜਿਹਦੇ ਵਿੱਚ ਅਨੇਕਾਂ ਸਿੰਘ ਸਿੰਘਣੀਆਂ, ਇੱਥੋਂ ਤੱਕ ਕਿ ਸਾਧ ਸੰਗਤ ਜੀ ਛੋਟੇ ਛੋਟੇ ਬੱਚੇ ਵੀ ਸ਼ਹੀਦ ਹੋਏ। ਇੱਕ ਮੈਂ ਜ਼ਿਕਰ ਪੜ੍ਹਿਆ ਸੀ ਕੱਲ, ਇੱਕ ਸਾਧ ਸੰਗਤ ਜੀ ਭਾਈ ਰਿਸ਼ਪਾਲ ਸਿੰਘ ਸੀ, ਜਿਹੜਾ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਰਹਿੰਦਾ ਸੀ, ਉਹਨਾਂ ਦਾ ਪੀਏ ਸੀ, ਉਹਦਾ ਨਾਮ ਸੀ ਭਾਈ ਰਿਸ਼ਪਾਲ ਸਿੰਘ। ਸਾਧ ਸੰਗਤ ਜੀ ਉਹ ਗ੍ਰਿਸ਼ਤੀ ਸੀ ਸਿੰਘ, ਉਹਦੀ ਸਿੰਘਣੀ ਵੀ ਉੱਥੇ ਹੀ ਸੀ ਅੰਦਰ ਦਰਬਾਰ ਸਾਹਿਬ ਦੇ। ਇੱਕ ਉਹਦਾ ਬੱਚਾ ਸੀ, ਜਿਹੜਾ ਬੱਚਾ ਤਕਰੀਬਨ 18 ਦਿਨਾਂ ਦਾ ਸੀ, ਬਹੁਤਾ ਵੱਡਾ ਨਹੀਂ ਸੀ, 18 ਦਿਨ ਹੋਏ ਸੀ ਉਸ ਬੱਚੇ ਨੂੰ ਜਨਮ ਲਿਆ। ਕੇਵਲ ਤੇ ਕੇਵਲ 18 ਦਿਨਾਂ ਦਾ ਬੱਚਾ ਭਾਈ ਰਿਸ਼ਪਾਲ ਸਿੰਘ ਦਾ ਪੁੱਤਰ, ਜਿਹਦਾ ਨਾਂ ਇਤਿਹਾਸ ਦੇ ਵਿੱਚ ਮਨਪ੍ਰੀਤ ਸਿੰਘ ਆਉਂਦਾ ਹੈ। ਤੇ ਸਾਧ ਸੰਗਤ ਜੀ ਉਹਦੀ ਮਾਂ ਭਾਈ ਰਿਸ਼ਪਾਲ ਸਿੰਘ ਦੀ ਪਤਨੀ, ਜਿਹਦਾ ਨਾਂ ਬੀਬੀ ਪ੍ਰੀਤਮ ਕੌਰ ਆਉਂਦਾ ਹੈ। ਤੇ ਸਾਧ ਸੰਗਤ ਜੀ ਉਹ 18 ਦਿਨਾਂ ਦਾ ਬੱਚਾ 5 ਜੂਨ ਦੀ ਗੱਲ, ਭਾਈ ਰਿਸ਼ਪਾਲ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਿਆ ਵੀ ਹੁਣ ਸ਼ਹੀਦੀ ਪਾਉਣ ਦਾ ਸਮਾਂ, ਮੈਂ ਬਾਹਰ ਜਾਵਾਂਗਾ, ਬਾਹਰ ਜਾ ਕੇ ਜੂਝਾਂਗਾ, ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਤੁਸੀਂ ਵੀ ਦੇਸ਼ ਕੌਮ ਵਾਸਤੇ ਤਤਪਰ ਰਹਿਣਾ ਹੈ। ਜਦੋਂ ਸਮਾਂ ਆਵੇ ਗੁਰੂ ਰਾਮਦਾਸ ਜੀ ਮਹਾਰਾਜ ਵਾਸਤੇ, ਸਿੱਖ ਕੌਮ ਵਾਸਤੇ ਆਪਣੀ ਸ਼ਹੀਦੀ ਦੇਣੀ, ਪਰਵਾਹ ਨਹੀਂ ਕਰਨੀ। ਤੇ ਸਾਧ ਸੰਗਤ ਜੀ ਭਾਈ ਰਿਸ਼ਪਾਲ ਸਿੰਘ ਜਦੋਂ ਕਹਿੰਦੇ ਅੰਦਰੋਂ ਬਾਹਰ ਜਾਣ ਲੱਗਿਆ, ਇੱਕਦਮ ਇੱਕ ਬੰਦੂਕ ਦੀ ਗੋਲੀ ਆਈ ਤੇ ਭਾਈ ਰਿਸ਼ਪਾਲ ਸਿੰਘ ਦੇ ਸੀਨੇ ਨੂੰ ਚੀਰਦੀ ਗਈ ਤੇ ਭਾਈ ਰਿਸ਼ਪਾਲ ਸਿੰਘ ਉੱਥੇ ਸ਼ਹੀਦੀ ਪ੍ਰਾਪਤ ਕਰ ਗਿਆ। ਸਾਧ ਸੰਗਤ ਜੀ ਉਹਦੇ ਪਿਛਲੇ ਪਾਸੇ ਉਹਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਖੜੀ ਹੈ, ਤੇ ਉਹ ਬੀਬੀ ਪ੍ਰੀਤਮ ਕੌਰ ਦੀ ਗੋਦ ਦੇ ਵਿੱਚ ਆਪਣਾ 18 ਦਿਨਾਂ ਦਾ ਬੱਚਾ ਹੈ। 18 ਦਿਨ ਦਾ ਬੱਚਾ ਦੇਖ ਲਓ ਸਾਧ ਸੰਗਤ ਜੀ ਕਿੰਨਾ ਕੁ ਵੱਡਾ ਹੁੰਦਾ, 18 ਦਿਨਾਂ ਦਾ ਬੱਚਾ। ਤੇ ਸਾਧ ਸੰਗਤ ਜੀ ਉਹਨੇ ਆਪਣੀ ਗੋਦ 'ਚ ਚੁੱਕਿਆ, ਇੱਥੇ ਛਾਤੀ ਨਾਲ ਲਾਇਆ ਹੋਇਆ, ਆਪਣੇ ਬੱਚੇ ਦਾ ਸੀਸ ਆਪਣੀ ਛਾਤੀ ਨਾਲ ਲਾਇਆ ਹੈ। ਇੱਕ ਦੂਜਾ ਫਾਇਰ ਬੰਦੂਕ ਦਾ ਆਇਆ, ਇਤਿਹਾਸ 'ਚ ਲਿਖਿਆ ਹੈ, ਕਹਿੰਦੇ ਜਦੋਂ ਦੂਜਾ ਫਾਇਰ ਆਇਆ ਤੇ ਉਸ ਬੱਚੇ ਦੇ ਸਾਧ ਸੰਗਤ ਜੀ ਸਿਰ ਦੇ ਵਿੱਚੋਂ ਲੰਘਦਾ ਹੋਇਆ ਫਾਇਰ ਉਹਦੀ ਮਾਂ ਦੇ ਸਾਧ ਸੰਗਤ ਦੀ ਛਾਤੀ 'ਚ ਵੱਜਿਆ। ਬੱਚੇ ਦੇ ਜਦੋਂ ਸਿਰ 'ਚ ਵੱਜਿਆ ਨਾ, ਤੇ ਉਹ ਬੱਚਾ ਮੌਕੇ ਦੇ ਉੱਤੇ ਹੀ ਸਿਰ 'ਚ 18 ਦਿਨਾਂ ਦਾ ਬੱਚਾ, ਤੇ ਜਦੋਂ ਸਿਰ ਗੋਲੀ ਵੱਜੀ ਤੇ ਇੱਕਦਮ ਸਾਧ ਸੰਗਤ ਜੀ ਉਹ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ ਬੱਚਾ। ਤੇ ਮਾਂ ਨੇ ਆਪਣੇ ਪੁੱਤ ਨੂੰ ਆਪਣੀ ਗਲਵਕੜੀ 'ਚ ਲਿਆ ਹੋਇਆ, ਆਪਣੇ ਸੀਨੇ ਨਾਲ ਲਾਇਆ ਹੋਇਆ, ਤੇ ਉਹਦੇ ਵੀ ਜ਼ਖਮ ਹੋਇਆ, ਸੀਨੇ 'ਚ ਗੋਲੀ ਵੱਜੀ ਤੇ ਸਾਧ ਸੰਗਤ ਦੀ ਧਰਤੀ ਤੇ ਹੇਠਾਂ ਡਿੱਗੀ। ਭਾਵੇਂ ਕਿ ਉਸ ਵੇਲੇ ਉਹ ਮਾਤਾ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਉਹਨੇ, ਬਾਅਦ ਦੇ ਵਿੱਚ ਸਾਧ ਸੰਗਤ ਜੀ ਫੌਜ ਵੱਲੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਬਹੁਤ ਸਮਾਂ ਉਹਨੇ ਜੇਲ੍ਹ ਕੱਟੀ। ਉਸ ਤੋਂ ਬਾਅਦ ਤਸੀਹੇ ਦਿੱਤੇ ਗਏ ਫੌਜ ਵੱਲੋਂ, ਫਿਰ ਸਾਧ ਸੰਗਤ ਜੀ ਉਹ ਬੀਬੀ ਬਾਅਦ ਵਿੱਚ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ 18 ਦਿਨਾਂ ਦਾ ਇੱਕ ਬੱਚਾ ਜਿਹਨੇ ਸਾਧ ਸੰਗਤ ਦੀ ਦੇਸ਼ ਕੌਮ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਐਸੇ ਮਹਾਨ ਯੋਧੇ ਉਸ ਪਵਿੱਤਰ ਧਰਤੀ ਦੇ ਉੱਤੇ ਸ਼ਹੀਦ ਹੋਏ ਨੇ। ਕਹਿੰਦੇ ਨੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰੋ, ਕਹਿੰਦੇ ਬੋਝ ਕੇ ਪੈਰ ਰੱਖਿਆ ਕਰੋ। ਆਖੇ ਕਿਉਂ ਜੀ? ਕਿਉਂਕਿ ਕਹਿੰਦੇ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਪਰਿਕਰਮਾ ਦੇ ਉੱਤੇ ਇੰਨੇ ਸ਼ਹੀਦ ਹੋਏ ਨੇ ਸਾਡੇ ਕਿ ਸਰੋਵਰ ਦੀ ਸਾਰੀ ਪਰਿਕਰਮਾ ਸ਼ਹੀਦਾਂ ਦੇ ਸੀਸਾਂ ਨਾਲ, ਸ਼ਹੀਦਾਂ ਦੇ ਸਰੀਰਾਂ ਨਾਲ ਭਰੀ ਪਈ ਹੈ। ਇਸ ਕਰਕੇ ਜਦੋਂ ਵੀ ਹਰਿਮੰਦਰ ਸਾਹਿਬ ਜਾਓ, ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰੋ ਤੇ ਬੋਝ ਕੇ ਪੈਰ ਰੱਖਿਆ ਕਰੋ। ਉਸ ਮਹਾਨ ਧਰਤੀ ਦੇ ਚੱਪੇ ਤੇ ਸ਼ਹੀਦਾਂ ਦੇ ਸਰੀਰ ਲੱਗੇ ਪਏ ਨੇ, ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ। ਤੇ ਸਾਧ ਸੰਗਤ ਜੀ ਇੱਕ ਹੋਰ ਜ਼ਿਕਰ ਆਉਂਦਾ ਹੈ, ਇੱਕ ਹੋਰ ਜ਼ਿਕਰ ਆਉਂਦਾ ਹੈ, ਜਿਸ ਜ਼ਿਕਰ ਦੇ ਵਿੱਚ ਭਾਈ ਮੋਹਰ ਸਿੰਘ ਦਾ ਜ਼ਿਕਰ ਆਉਂਦਾ ਹੈ। ਇੱਕ ਭਾਈ ਮੋਹਰ ਸਿੰਘ ਸੀ ਸਾਧ ਸੰਗਤ ਜੀ, ਜਿਹਨੇ ਆਪਣੀ ਪਤਨੀ ਸਮੇਤ ਔਰ ਆਪਣੇ ਪੁੱਤਰਾਂ ਸਮੇਤ ਸਾਧ ਸੰਗਤ ਜੀ ਉਸ ਮਹਾਨ ਧਰਤੀ ਤੇ ਸ਼ਹਾਦਤ ਪ੍ਰਾਪਤ ਕੀਤੀ। ਭਾਈ ਮੋਹਰ ਸਿੰਘ
ਆਪਣੇ ਪੁੱਤਰਾਂ ਦੇ ਸਰੀਰ ਨਾਲ ਸਾਧ ਸੰਗਤ ਜੀ ਬੰਬ ਬੰਨ੍ਹ ਦਿੱਤੇ। ਆਪਣੀ ਘਰਵਾਲੀ ਆਪਣੀ ਪਤਨੀ ਦੇ ਸਰੀਰ ਨਾਲ ਬੰਬ ਬੰਨ੍ਹ ਦਿੱਤਾ। ਜਾਓ ਬੰਬ ਬੰਨ ਕੇ ਭਾਈ ਮੋਹਰ ਸਿੰਘ ਕਹਿੰਦੇ ਨੇ ਆਪਣੀ ਪਤਨੀ ਨੂੰ ਆਪਣੇ ਪੁੱਤਰਾਂ ਨੂੰ ਕਹਿੰਦਾ ਉਹ ਸਾਹਮਣੇ ਜਿਹੜੇ ਟੈਂਕ ਖੜੇ ਨੇ ਉਹਨਾਂ ਦੇ ਕੋਲ ਜਲ ਚਲੇ ਜਾਓ। ਇਹ ਟੈਂਕਾਂ ਨੂੰ ਖਤਮ ਕਰਨਾ ਹੈ, ਇਹਨਾਂ ਟੈਂਕਾਂ ਨੂੰ ਉਡਾਉਣਾ ਹੈ। ਕਿਵੇਂ ਉਡਾਉਣਾ ਹੈ? ਆਪਣੇ ਸਰੀਰਾਂ ਦੇ ਨਾਲ ਬੰਬ ਬੰਨ ਕੇ। ਸਾਧ ਸੰਗਤ ਜੀ ਸਾਨੂੰ ਕੋਈ ਮਾੜਾ ਜਿਹਾ ਕਹਿ ਦੇ ਇੱਥੇ ਕੁਝ ਕਰਨ ਨੂੰ ਆਪਾਂ ਪੈਰ ਪਿੱਛੇ ਪੁੱਟ ਲੈਨੇ ਆ, ਪਰ ਉਹਨਾਂ ਦੀ ਸਾਧ ਸੰਗਤ ਜੀ ਕੁਰਬਾਨੀ ਨੂੰ ਅੱਜ ਸੀਸ ਝੁਕਦਾ ਹੈ। ਜਿਨ੍ਹਾਂ ਨੇ ਆਪਣੇ ਸਰੀਰਾਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਆਪਣੇ ਘਰਾਂ ਦੀ ਪਰਵਾਹ ਨਹੀਂ ਕੀਤੀ, ਇੱਥੋਂ ਤੱਕ ਕਿ ਜਿਨ੍ਹਾਂ ਨੇ ਆਪਣੇ ਧੀਆਂ ਪੁੱਤਰਾਂ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਵੀ ਸਾਧ ਸੰਗਤ ਜੀ ਜੰਗ ਵੱਲ ਤੋਰਿਆ। ਯਾਦ ਕੀਤਾ ਸਮਾਂ, ਕਿਸੇ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਗਾਨੇ ਬੰਨ੍ਹ ਕੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਜੰਗ 'ਚ ਤੋਰਦੇ ਨੇ। ਕਿਤੇ ਬਾਬਾ ਜੁਝਾਰ ਸਿੰਘ ਨੂੰ ਸ਼ਹੀਦੀ ਗਾਨੇ ਬੰਨ੍ਹ ਕੇ ਜੰਗ 'ਚ ਤੋਰਦੇ ਨੇ। ਕਿਤੇ ਯਾਦ ਆਈ ਹੋਏਗੀ ਕਲਗੀਧਰ ਜੀ ਦੀ ਉਹਨਾਂ ਨੂੰ, ਭਾਈ ਮੋਹਰ ਸਿੰਘ ਵਰਗਿਆਂ ਨੂੰ, ਭਾਈ ਰਛਪਾਲ ਸਿੰਘ ਵਰਗਿਆਂ ਨੂੰ, ਅਨੇਕਾਂ ਸਿੰਘਾਂ ਨੂੰ, ਕਿ ਜੇਕਰ ਸਾਡੇ ਵੱਡੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਦਾ ਮੋਹ ਤੋੜ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਅੱਗੇ ਤੋਰਿਆ, ਕਿਉਂ ਨਾ ਅਸੀਂ ਵੀ ਆਪ ਅਤੇ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਕਰਵਾ ਕੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਜਾ ਕੇ ਬੈਠੀਏ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਵੀ ਆਈ ਹੋਵੇਗੀ। ਇਸ ਤਰ੍ਹਾਂ ਕਹਿੰਦੇ ਸਾਰੇ, ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਲੇ ਦੀ ਬੁੱਕਲ ਵਿੱਚ ਜਾਣਾ, ਜੀ ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਧਰਮ ਉਤੋਂ ਜੀ ਜਿੰਦ ਵਾਰ ਕੇ। ਧਰਮ ਉਤੋਂ ਜੀ ਜਿੰਦ ਵਾਰ ਕੇ। ਧਰਮ ਉਤੋਂ ਜੀ ਜਿੰਦ ਵਾਰ ਕੇ। ਜੀ ਧਰਮ ਉਤੋਂ ਜੀ ਜਿੰਦ ਵਾਰ ਕੇ। ਜੀ ਜਿੰਦ ਵਾਰ ਕੇ। ਧਰਮ ਉਤੋਂ ਜੀ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਉਤੋਂ ਜਿੰਦ ਵਾਰ ਕੇ। ਵਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ, ਧਰਮ ਤੋਂ ਜਿੰਦ ਵਾਰ ਕੇ।
ਬਾਜਾਂ ਵਾਲੇ ਦੀ ਬੁੱਕਲ 'ਚ ਜਾਣਾ ਧਰਮ ਤੋਂ ਜਿੰਦ ਵਾਰ ਕੇ। ਤੇ ਭਾਈ ਮੋਹਰ ਸਿੰਘ ਨੇ ਆਪਣੇ ਬੱਚਿਆਂ ਦੇ ਤਨ ਨਾਲ, ਆਪਣੇ ਤਨ ਦੇ ਨਾਲ, ਬੱਚਿਆਂ ਦੇ ਤਨ ਦੇ ਨਾਲ ਸਾਧ ਸੰਗਤ ਜੀ ਬੰਬ ਬੰਨ ਕੇ ਜਿੱਧਰ ਟੈਂਕ ਖੜੇ ਸੀ ਸਾਧ ਸੰਗਤ ਜੀ ਉਧਰ ਨੂੰ ਆਪਣੇ ਬੱਚਿਆਂ ਨੂੰ ਆਪ ਤੋਰਿਆ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖ ਕੇ ਸਤਿਗੁਰੂ ਜੀ ਭੇਜ ਸਕਦੇ, ਮੈਂ ਕਿਉਂ ਨਹੀਂ ਭੇਜ ਸਕਦਾ। ਤੇ ਸਾਧ ਸੰਗਤ ਜੀ ਟੈਂਕ ਦੇ ਨੇੜੇ ਜਾ ਕੇ ਫਿਰ ਉਹ ਬੰਬ ਫਟੇ, ਜਿੱਥੇ ਟੈਂਕ ਉੱਡੇ ਸਾਧ ਸੰਗਤ ਜੀ ਬੰਬ ਨਾਲ ਭਾਈ ਮੋਹਰ ਸਿੰਘ ਦੇ ਸਾਧ ਸੰਗਤ ਜੀ ਬੱਚਿਆਂ ਦੇ ਵੀ ਚੀਥੜੇ ਉੱਡ ਗਏ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਾਧ ਸੰਗਤ ਜੀ ਐਸੇ ਸਿੰਘਾਂ ਨੇ ਉੱਥੇ ਸਾਧ ਸੰਗਤ ਜੀ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹਾਂ ਦਾ ਸਾਧ ਸੰਗਤ ਜ਼ਿਕਰ ਆਪਣੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਗਿਆ। ਭਾਵੇਂ ਕਿ ਹੁਣ ਹਾਲੇ ਘੱਟ ਪ੍ਰਚਾਰ ਹੈ, ਹੋਊਗਾ ਹਲੇ ਸਾਧ ਸੰਗਤ ਜੀ, ਹਲੇ ਪ੍ਰਚਾਰ ਹੋਣਾ ਹੈ। ਆਓ ਮਹਾਂਪੁਰਖਾਂ ਵੱਲੋਂ ਸਮਾਪਤੀ ਦਾ ਵੀ ਹੁਕਮ ਹੋ ਚੁੱਕਿਆ ਹੈ। ਇੱਕ ਧਾਰਨਾ 2 ਪੜ੍ਹ ਕੇ ਆਪਾਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਬੇਨਤੀ ਕਰਨੀ ਹੈ। ਸਤਿਗੁਰੂ ਰਹਿਮਤਾਂ ਬਖਸ਼ਿਸ਼ਾਂ ਕਰਨ, ਸਾਨੂੰ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੇ ਬਲ ਬਖਸ਼ਣ, ਜਿਹਦੇ ਨਾਲ ਸਾਧ ਸੰਗਤ ਜੀ ਅਸੀਂ ਵੀ ਦੇਸ਼ ਕੌਮ ਵਾਸਤੇ ਕੁਝ ਕਰ ਸਕੀਏ। ਇਹ ਸਤਿਗੁਰੂ ਰਹਿਮਤਾਂ ਬਖਸ਼ਿਸ਼ਾਂ ਕਰਨ। आजो पी लो कोई मौत दा प्याला, आजो पी लो कोई मौत दा प्याला। प्याला कहते ने जिहड़ा आपां साध संगत जी पानी पीने, प्याला भर के गिलास कह लो, पहला प्याले हुंदे सी, प्यालियां च पा के पीता जांदा सी। आजो पी लो कोई मौत दा प्याला। किवें जी मौत दा प्याला किवें पिया जाऊगा? सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। ये गल साध संगत जी अंदरों आ रही है। कौन दे रहे ने ये आवाज? सिख संसार दे महान योधियां दे योधे, जिन्होंने अज भी साध संगत जी सिख कौम ते मान है, जिन्होंने साध संगत जी परवाह ना की। ये सन संत जरनैल सिंह भिंडरां वाले, जो कल्ले कल्ले सिंह नूं अंदरों आवाज़ां दे रहे, हल्ला शेरियां दे रहे, किते सिंह डोल ना जान। वैसे तो सिंह पहले ही परपक्क सन, पर अंदरों आवाज आ रही है। ऐसे योधियां दे योधे, महान तपस्वी, बाणी दे रसीए, जिन्हां ने गुरु दे कल्ले कल्ले बचनां नूं अपने जीवन विच हटाया। ते साध संगत जी अंदरों संत जरनैल सिंह भिंडरां वालियां दी गरजवी आवाज कल्ले कल्ले सिंह नूं होका दे के कह रहे ने, की कह रहे ने जी? आजो पी लो कोई मौत दा प्याला। सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। सिरां दे बयाने तार के आजो पी लो कोई मौत दा प्याला। जी सिरां दे बयाने तार के
ਸਿਰਾਂ ਦੇ ਬਿਆਨੇ ਤਾਰ ਕੇ ਆਜੋ ਪੀ ਲੋ ਕੋਈ ਮੌਤ ਦਾ ਪਿਆਲਾ ਸਿਰਾਂ ਦੇ ਬਿਆਨੇ ਤਾਰ ਕੇ ਆਵਾਜ਼ ਦੇ ਰਹੇ ਨੇ ਭਾਈ ਆਜੋ ਕੋਈ ਮੌਤ ਦਾ ਪਿਆਲਾ ਪੀ ਲੋ ਕਿਵੇਂ ਪੀਤਾ ਜਾਊ ਸਿਰਾਂ ਦੇ ਬਿਆਨੇ ਤਾਰ ਕੇ ਆਪਾਂ ਬਿਆਨਾ ਨਹੀਂ ਤਾਰਦੇ ਕਿਸੇ ਜ਼ਮੀਨ ਦਾ ਸਿਰਾਂ ਦੇ ਬਿਆਨੇ ਤਾਰ ਕੇ ਭਾਵ ਆਪਣਾ ਸੀਸ ਕੁਰਬਾਨ ਕਰਕੇ ਭਾਈ ਇਸ ਮੌਤ ਦੇ ਪਿਆਲੇ ਨੂੰ ਪੀ ਲੋ ਜੇ ਕਿਸੇ ਨੇ ਪੀਣਾ ਹੈ ਜਿਵੇਂ ਲੀਕ ਖਿੱਚੀ ਸੀ ਬਾਬਾ ਦੀਪ ਸਿੰਘ ਨੇ ਇਸ ਤਰ੍ਹਾਂ ਹੀ ਅੰਦਰੋਂ ਆਵਾਜ਼ਾਂ ਆਉਂਦੀਆਂ ਆਜੋ ਪੀ ਲੋ ਕੋਈ ਮੌਤ ਦਾ ਪਿਆਲਾ ਸਿਰਾਂ ਦੇ ਬਿਆਨੇ ਤਾਰ ਕੇ ਆਜੋ ਪੀ ਲੋ ਕੋਈ ਮੌਤ ਦਾ ਪਿਆਲਾ ਜੀ ਸਿਰਾਂ ਦੇ ਬਿਆਨੇ ਤਾਰ ਕੇ ਆਜੋ ਪੀ ਲੋ ਕੋਈ ਮੌਤ ਦਾ ਪਿਆਲਾ ਸਿਰਾਂ ਦੇ ਬਿਆਨੇ ਤਾਰ ਕੇ ਆਜੋ ਪੀ ਲੋ ਕੋਈ ਮੌਤ ਦਾ ਪਿਆਲਾ ਬਿਆਨੇ ਤਾਰ ਕੇ ਇਸ ਤਰ੍ਹਾਂ ਅੰਦਰੋਂ ਦੇ ਰਹੇ ਨੇ ਆਵਾਜ਼ਾਂ ਬਾਬਾ ਜਰਨੈਲ ਸਿੰਘ ਤੇ ਗੁਰੂ ਕੇ ਲਾਲ ਗੁਰੂ ਕੇ ਸਿੰਘ ਹਾਸਾ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ ਸਮਾਪਤੀ ਵੱਲ ਨੂੰ ਜਾਈਏ 6 ਤਰੀਕ ਚੜ ਗਈ ਅੱਜ ਵਾਲਾ ਦਿਨ 6 ਜੂਨ ਦਾ ਸਾਧ ਸੰਗਤ ਜੀ ਦਿਨ ਚੜਿਆ ਇੱਕ ਸਿੰਘ ਨੇ ਆ ਕੇ ਬਾਬਾ ਜਰਨੈਲ ਸਿੰਘ ਜੀ ਨੂੰ ਖਬਰ ਦਿੱਤੀ ਬਾਬਾ ਜੀ ਜਿਹੜੀ ਸ਼ਸਤਰਾਂ ਵਾਲੀ ਪਾਲਕੀ ਹੈ ਉਹ ਉਡਾ ਦਿੱਤੀ ਗਈ ਹੈ ਆਪਣੀ ਤੇ ਸਾਧ ਸੰਗਤ ਜੀ ਬਾਬਾ ਜਰਨੈਲ ਸਿੰਘ ਆਖਦੇ ਨੇ ਕਹਿੰਦੇ ਭਾਈ ਹੁਣ ਸ਼ਹੀਦੀ ਪਾਉਣ ਦਾ ਸਮਾਂ ਆ ਗਿਆ ਹੁਣ ਆਪਣੇ ਆਪ ਨੂੰ ਗੁਰੂ ਸਾਹਿਬਾਨ ਤੇ ਵਾਰਨ ਦਾ ਸਮਾਂ ਆ ਗਿਆ ਤੇ ਸਾਧ ਸੰਗਤ ਜੀ ਉਸ ਵੇਲੇ ਬਾਬਾ ਜਰਨੈਲ ਸਿੰਘ ਜੀ ਨੇ ਅਰਦਾਸ ਕੀਤੀ ਬੇਨਤੀ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਐ ਸੱਚੇ ਪਾਤਸ਼ਾਹ ਜੀ ਇਹ ਸਰੀਰ ਹੁਣ ਤੁਹਾਡੇ ਲੇਖੇ ਲਾਉਣਾ ਹੈ ਹੁਣ ਸ਼ਹੀਦੀ ਪ੍ਰਾਪਤ ਕਰਨੀ ਹੈ ਪਰ ਇੱਕ ਮੰਗ ਬਾਬਾ ਜਰਨੈਲ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਮੇਰੀ ਆਪ ਜੀ ਦੇ ਚਰਨਾਂ ਵਿੱਚ ਹੈ ਕੀ ਮੰਗ ਮੰਗੀ ਬਾਬਾ ਜਰਨੈਲ ਸਿੰਘ ਜੀ ਨੇ ਸਾਧ ਸੰਗਤ ਦੀ ਸ਼ਹੀਦੀ ਪਾਉਣ ਵਾਸਤੇ ਤੁਰਨ ਲੱਗੇ ਨੇ ਆਪਣੇ ਆਪ ਨੂੰ ਮਰਨ ਮਿਟਣ ਵਾਸਤੇ ਤੁਰਨ ਲੱਗੇ ਨੇ ਤੇ ਅਰਦਾਸ ਬੇਨਤੀ ਵਿੱਚ ਬੋਲੇ ਕਹਿੰਦੇ ਐ ਸੱਚੇ ਪਾਤਸ਼ਾਹ ਇੱਕ ਮੰਗ ਮੇਰੀ ਇਹ ਆਪ ਜੀ ਦੇ ਚਰਨਾਂ ਵਿੱਚ ਹੈ ਇਹ ਖੈਰ ਮੇਰੀ ਝੋਲੀ 'ਚ ਪਾ ਦਿਓ ਜਦੋਂ ਤੱਕ ਸਿੱਖਾਂ ਦਾ ਘਰ ਨਹੀਂ ਬਣ ਜਾਂਦਾ ਜਦੋਂ ਤੱਕ ਸਿੱਖਾਂ ਦਾ ਪੱਕਾ ਟਿਕਾਣਾ ਨਹੀਂ ਬਣ ਜਾਂਦਾ ਮੈਂ ਬਾਰ-ਬਾਰ ਇਸ ਮਾਤ ਲੋਕ ਦੀ ਧਰਤੀ ਤੇ ਦੁਬਾਰਾ ਜਨਮ ਲਵਾਂ ਕੈਸੀ ਸੋਚ ਸੀ ਬਾਬਾ ਜਰਨੈਲ ਸਿੰਘ ਜੀ ਦੀ ਕਿ ਸੱਚੇ ਪਾਤਸ਼ਾਹ ਮੈਨੂੰ ਬਾਰ-ਬਾਰ ਜਨਮ ਦਿਓ ਕਿਉਂ ਜਦੋਂ ਤੱਕ ਸਿੱਖਾਂ ਦਾ ਪੱਕਾ ਟਿਕਾਣਾ ਨਹੀਂ ਬਣ ਜਾਂਦਾ ਸਿੱਖਾਂ ਦਾ ਪੱਕਾ ਘਰ ਨਹੀਂ ਬਣ ਜਾਂਦਾ ਕਿੱਡੀ ਵੱਡੀ ਮੰਗ ਮੰਗੀ ਸਾਧ ਸੰਗਤ ਜੀ ਸਾਡੇ ਵਾਸਤੇ ਸਿੱਖਾਂ ਵਾਸਤੇ ਸਿੱਖਾਂ ਦੇ ਘਰਾਂ ਨੂੰ ਸਲਾਮਤ ਕਰਨ ਵਾਸਤੇ ਜਿੱਥੇ ਗੁਰੂ ਕਲਗੀਧਰ ਮਹਾਰਾਜ ਨੇ ਆਪਣਾ ਸਰਬੰਸ ਵਾਰਿਆ ਆਪਣਾ ਆਪਾ ਕੁਰਬਾਨ ਕੀਤਾ ਉੱਥੇ ਸਾਧ ਸੰਗਤ ਜੀ ਸਪੂਤ ਬਣ ਕੇ ਗੁਰੂ ਕਲਗੀਧਰ ਜੀ ਦੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੀ ਗੁਰੂ ਸਾਹਿਬ ਤੋਂ ਇਹ ਮੰਗ ਮੰਗੀ ਸੱਚੇ ਪਾਤਸ਼ਾਹ ਅੱਜ ਮੈਂ ਉੱਜੜ ਜਾਵਾਂ ਅੱਜ ਮੈਂ ਖਤਮ ਹੋ ਜਾਵਾਂ ਪਰ ਮੈਨੂੰ ਬਾਰ-ਬਾਰ ਜਨਮ ਦਿਓ ਕਿਉਂ ਜਦੋਂ ਤੱਕ ਸਿੱਖਾਂ ਦਾ ਘਰ ਨਹੀਂ ਬਣ ਜਾਂਦਾ ਮੈਂ ਬਾਰ-ਬਾਰ ਆ ਕੇ ਸਿੱਖਾਂ ਦਾ ਘਰ ਬਣਾਉਣ ਦੇ ਵਿੱਚ ਆਪਣੇ ਆਪ ਨੂੰ ਲਾ ਕੇ ਸ਼ਹੀਦੀਆਂ ਪ੍ਰਾਪਤ ਕਰਾਂ ਸਾਧ ਸੰਗਤ ਜੀ 6 ਜੂਨ ਦੀ ਜਦੋਂ ਸਵੇਰ ਹੋਈ ਇਹ ਬੇਨਤੀ ਕਰਕੇ ਸਾਧ ਸੰਗਤ ਜੀ ਮਹਾਂਪੁਰਖ ਫਿਰ ਬਾਹਰ ਨੂੰ ਨਿਕਲੇ ਬਾਹਰ ਜਦੋਂ ਹਰਿਮੰਦਰ ਸਾਹਿਬ ਤੋਂ ਬਾਹਰ ਡਿਓਢੀ ਵਾਲੇ ਪਾਸੇ ਨੂੰ ਨਿਕਲੇ ਉੱਥੇ ਦੱਸਿਆ ਜਾਂਦਾ ਹੈ ਸਾਧ ਸੰਗਤ ਜੀ ਬ੍ਰਸ਼ਟ ਆਉਂਦਾ ਹੈ ਇੱਕ ਗੋਲਾ ਆਉਂਦਾ ਹੈ ਜਿਹਦੇ ਨਾਲ ਸੰਤ ਜਰਨੈਲ ਸਿੰਘ ਦੇ ਉਹ ਸਰੀਰ ਤੇ ਵੱਜਦਾ ਹੈ ਤੇ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਬਾਅਦ ਵਿੱਚ ਉਹ ਸਰੀਰ ਦੀ ਸਾਹ ਪੁਸ਼ਟੀ ਕੀਤੀ ਜਾਂਦੀ ਹੈ ਫਿਰ ਬਾਅਦ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਉਹ ਮਹਾਨ ਯੋਧੇ ਜਿਨ੍ਹਾਂ ਨੇ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਨੂੰ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਇਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਵਾਲੇ ਦਿਨ ਸਾਧ ਸੰਗਤ ਜੀ ਘੱਲੂਘਾਰਾ ਹੋਇਆ ਸੀ ਸਾਰੇ ਸਿੱਖ ਜਗਤ ਦੇ ਵਿੱਚ ਗੁਰੂ ਨਾਨਕ ਰਾਮ ਲੇਵਾ ਸਿੰਘ ਉਹਨਾਂ ਸ਼ਹੀਦਾਂ ਨੂੰ ਜਿੱਥੇ ਯਾਦ ਕਰ ਰਹੇ ਨੇ
ਉੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਵੀ ਸਾਧ ਸੰਗਤ ਯਾਦ ਕੀਤਾ ਜਾ ਰਿਹਾ ਹੈ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਉਹਨਾਂ ਸ਼ਹੀਦਾਂ ਦੇ ਪਾਏ ਪੂਰਿਆਂ ਤੇ ਚੱਲਣ ਦੇ ਬਲ ਬਖਸ਼ੋ। ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ, ਪਰ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੇ ਬਲ ਬਖਸ਼ੋ। ਅਸੀਂ ਵੀ ਦੇਸ਼ ਕੌਮ ਵਾਸਤੇ ਤਤਪਰ ਰਹੀਏ ਤਾਂ ਜੋ ਦੇਸ਼ ਕੌਮ ਦੀ ਸੇਵਾ ਕਰ ਸਕੀਏ। ਮਹਾਂਪੁਰਖ ਬਾਬਾ ਅਜੈਬ ਸਿੰਘ ਜੀ ਫੱਕਰ ਮਹਾਂਪੁਰਖਾਂ ਨੇ ਹਰ ਸਾਲ ਦੀ ਤਰ੍ਹਾਂ ਉਪਰਾਲਾ ਕੀਤਾ। ਸਾਰੀ ਸੰਗਤ ਇਕੱਤਰ ਹੋਈ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਥੋੜਾ ਸਮਾਂ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ। ਬੇਅੰਤ ਭੁੱਲਾਂ ਹੋਈਆਂ ਨੇ ਸੰਗਤ ਔਰ ਸਤਿਗੁਰੂ ਜੀ ਬਖਸ਼ਣਯੋਗ ਹਨ। ਤੁਹਾਡਾ ਸਾਰਿਆਂ ਦਾ ਚੱਲਿਆ ਚੱਲਿਆ ਕਦਮ ਸਿਰ ਮੱਥੇ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਆਨੰਦ ਸਾਹਿਬ 'ਚ ਜੁੜੀਏ। ਅਰਦਾਸ ਬੇਨਤੀ ਵਿੱਚ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਉਹ ਤੋਂ ਬਾਅਦ ਹੁਕਮਨਾਮੇ ਹੋਣਗੇ। ਸਰਵਣ ਕਰਕੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਮਹਾਂਪੁਰਖਾਂ ਦਾ ਸਾਥ ਦਿਆ ਕਰੋ। ਇਲਾਕੇ ਦੀ ਸੰਗਤ, ਇਹ ਸਾਰਾ ਸਥਾਨ ਇਹ ਸਾਰਾ ਸੰਗਤਾਂ ਦਾ ਹੈ। ਸੰਗਤਾਂ ਵਾਸਤੇ ਵੀ ਮਹਾਂਪੁਰਖ ਦਿਨ ਰਾਤ ਇੱਕ ਕਰ ਰਹੇ ਨੇ, ਸਰੀਰ ਦੀ ਪਰਵਾਹ ਨਹੀਂ ਕਰ ਰਹੇ। ਸੰਗਤਾਂ ਦਾ ਸਥਾਨ ਹੈ, ਸੰਗਤਾਂ ਨੇ ਵਰਤਣਾ ਹੈ। ਵੱਧ ਚੜ ਕੇ ਮਹਾਂਪੁਰਖਾਂ ਦਾ ਸਾਥ ਦੇ ਕੇ ਇਸ ਸਥਾਨ ਤੇ ਰੌਣਕਾਂ ਵਧਾਉਣੀਆਂ ਚਾਹੀਦੀਆਂ ਨੇ। ਤਮਾਮ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਣਯੋਗ ਹਨ। ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਝੁਕਦਾ ਐਸੇ ਪਿਆਰਿਆਂ ਨੂੰ, ਪਿਆਰਿਆਂ ਨੂੰ, ਝੁਕਦਾ ਐਸੇ ਪਿਆਰਿਆਂ ਨੂੰ। ਜਿੰਦ ਦੇਸ਼ ਕੌਮ ਲਈ ਵਾਰੀ ਜਿਨ੍ਹਾਂ ਨੇ ਝੁਕਦਾ ਐਸੇ, ਝੁਕਦਾ ਐਸੇ ਪਿਆਰਿਆਂ ਨੂੰ। ਜਿੰਦ ਦੇਸ਼ ਕੌਮ ਲਈ ਝੁਕਦਾ ਐਸੇ ਪਿਆਰਿਆਂ ਨੂੰ, ਝੁਕਦਾ ਐਸੇ ਪਿਆਰਿਆਂ ਨੂੰ। ਤੁਮਾਰ ਲਈ ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਝੁਕਦਾ ਐਸੇ ਪਿਆਰਿਆਂ ਨੂੰ। ਜਿੰਦ ਦੇਸ਼ ਕੌਮ ਲਈ ਵਾਰੀ ਜਿਨ੍ਹਾਂ ਨੇ ਝੁਕਦਾ ਐਸੇ, ਝੁਕਦਾ ਐਸੇ ਪਿਆਰਿਆਂ ਨੂੰ, ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ, ਸਿਰ ਝੁਕਦਾ ਐਸੇ ਪਿਆਰਿਆਂ ਨੂੰ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਤੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ। ਦੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ 부ਜਾਈਆਂ। ਤਾਂ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ
ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਚਿਤਕਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਸੂਰੇ। ਦੁਖ ਰੋਗ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ। ਪਿਤਾ ਮਾਤਾ ਤਰਸ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ। ਪੁਰਿਆਈਆਂ ਕਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਮ ਧਿਆਇਆ ਰਹੇ ਜਗਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਤੁਧ